ਫੇਅਰ ਐਂਡ ਸਕੁਏਅਰ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਅੱਜ ਦੇ ਮਹਿਮਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ। ਵੈਲਕਮ ਔਨ ਫੇਅਰ ਐਂਡ ਸਕੁਏਅਰ ਬਾਜਵਾ ਸਾਹਿਬ। ਥੈਂਕ ਯੂ ਜੀ। ਚੰਗਾ ਝਾੜੂ ਫਿਰਿਆ ਰੀਸੈਂਟ ਇਲੈਕਸ਼ਨਾਂ ਵਿੱਚ ਜਿਹੜੇ 4 ਸਟੇਟਸ ਦੀਆਂ ਹੋਈਆਂ ਹੈਗੀਆਂ 4-0। ਵਾਟ ਇਜ਼ ਦ ਰੀਜ਼ਨ? ਅਜੇ ਬੇਸਿਕਲੀ ਰੀਜ਼ਨਸ ਇਹਦੇ 'ਚ ਕਈ ਹੋਏ ਨੇ। ਮੇਰਾ ਖਿਆਲ ਕਪਲ ਆਫ ਥਿੰਗਸ ਵੈਂਟ ਅਗੇਂਸਟ ਦੀ ਨੈਸ਼ਨਲ ਗਵਰਨਮੈਂਟ ਦੇ ਵਿੱਚ ਜਿਹੜੇ ਬੜੀ ਦੇਰ ਦੇ ਕੁਝ ਅਲਾਈਜ਼ ਵੱਲੋਂ ਜਾਂ ਵੈਸੇ ਐਲੀਗੇਸ਼ਨਸ ਲੱਗਦੇ ਰਹੇ ਨੇ ਗਵਰਨਮੈਂਟ ਦੇ ਉੱਤੇ। ਵੀ ਹੈਡ ਟੂ ਪੇ ਅ ਹੈਵੀ ਪ੍ਰਾਈਸ। ਐਂਡ ਸੈਕੰਡਲੀ ਵਾਟ ਆਈ ਫੀਲ ਇਜ਼ ਕਿ ਜਿਹੜੀ ਸਾਡੀ ਇਨ ਗਵਰਨੈਂਸ ਸਾਡੇ ਲੋਕ ਹੈ ਸਨ, ਉਹਨਾਂ ਨੂੰ ਇਮੀਡੀਏਟਲੀ ਬਹੁਤ ਜਗ੍ਹਾ 'ਤੇ ਰਿਸਪੌਂਡ ਨਹੀਂ ਕੀਤਾ। ਜਦੋਂ ਵੀ ਕੋਈ ਮਸਲਾ ਹੁੰਦਾ ਮੇਰਾ ਖਿਆਲ ਮਿਨਿਸਟਰਸ ਨੂੰ, ਬਾਕੀ ਲੀਡਰਸ਼ਿਪ ਨੂੰ ਇਮੀਡੀਏਟਲੀ ਰਿਸਪੌਂਡ ਕਰਨਾ ਚਾਹੀਦਾ ਹੈ। ਰਿਸਪੌਂਸ ਵੱਲੋਂ ਥੋੜ੍ਹੀ ਮੋਟੀ ਕਮੀ ਰਹੀ ਜਿਹੜੀ ਸਟੇਟ ਗਵਰਨਮੈਂਟ ਜਿੱਥੇ ਸੀ। ਨਹੀਂ, ਸਟੇਟ ਗਵਰਨਮੈਂਟ ਨੈਸ਼ਨਲ ਗਵਰਨਮੈਂਟ ਦੀ ਵੀ ਮੈਂ ਗੱਲ ਕਰਨਾ, ਰਿਸਪੌਂਸ ਦੀ ਵੀ ਕਮੀ ਰਹੀ ਹੈ। ਤੋ ਇਹੀ ਕੁਝ ਕਾਰਨ ਬਣੇ ਨੇ। ਮੈਂ ਸਮਝਦਾ ਕਿ ਅਸੀਂ ਆਪਣੀਆਂ ਜਿਹੜੀਆਂ ਅਚੀਵਮੈਂਟਸ ਹੈ ਸਨ UPA ਦੀਆਂ, ਬਹੁਤ ਸਾਰੀਆਂ ਪੋਜ਼ੀਟਿਵ ਅਚੀਵਮੈਂਟਸ ਦੱਸ ਨਹੀਂ ਪਾਏ। ਐਂਡ ਜਿਹੜਾ ਪ੍ਰੋਪੇਗੈਂਡਾ ਸੀ BJP ਦਾ ਪਾਰਲੀਮੈਂਟ ਦੇ ਅੰਦਰ ਤੇ ਪਾਰਲੀਮੈਂਟ ਤੋਂ ਬਾਹਰ, ਉਹ ਕਾਫੀ ਹੱਦ ਤੱਕ ਲੋਕਾਂ ਨੇ ਇੱਕ ਪਰਸੈਪਸ਼ਨ ਬਣਾ ਲਈ, ਜਿਸ ਪਰਸੈਪਸ਼ਨ ਦੇ ਕਾਰਨ ਜਿਹੜੀਆਂ ਸਾਡੀਆਂ ਇਲੈਕਸ਼ਨਸ ਹੈ ਨੇ ਉਸ ਮੁਤਾਬਕ ਨਹੀਂ ਚੱਲ ਸਕੀਆਂ। ਬਟ ਪੋਲੀਟੀਕਲ ਐਨਾਲਿਸਟ ਇਹ ਵੀ ਕਹਿ ਰਹੇ ਨੇ ਕਿ ਇਹ ਮੈਂਡੇਟ ਅਗੇਂਸਟ ਰਾਹੁਲ ਗਾਂਧੀ ਹੈ, ਕਿ ਪੀਪਲ ਆਰ ਨਾਟ ਐਕਸੈਪਟਿੰਗ ਹਿਮ ਐਜ਼ ਅ ਫੇਸ ਫॉर ਦੀ ਕਾਂਗਰਸ ਜਿਹੜੀ ਅੱਗੇ ਇਲੈਕਸ਼ਨਸ ਆਉਣੀਆਂ। ਨਹੀਂ, ਮੈਂ ਨਹੀਂ ਇਸ ਗੱਲ ਨੂੰ ਐਕਸੈਪਟ ਕਰਦਾ ਰਾਹੁਲ ਹੋਣਾ ਵੱਲੋਂ। ਨਹੀਂ, ਰਾਹੁਲ ਹੋਣਾ ਨੇ ਤਾਂ ਜੋ ਬੈਸਟ ਪੋਸੀਬਲ ਹੋ ਸਕਦਾ ਸੀ ਉਹ ਕੀਤਾ ਹੀ ਹੈ। ਬਟ ਸਟੇਟਸ ਦੇ ਆਪਣੇ ਲੀਡਰਸ ਜਿਹੜੇ ਨੇ, ਮੈਂ ਸਮਝਦਾ ਕਿ ਜਿਸ ਤਰ੍ਹਾਂ ਮੱਧ ਪ੍ਰਦੇਸ਼ ਹੀ ਹੈ, ਜੇ ਮੱਧ ਪ੍ਰਦੇਸ਼ ਦੇ ਵਿੱਚ ਮਿਸਟਰ ਸਿੰਧੀਆ ਨੂੰ ਕੱਲਣਾ ਸੀ, ਮੇਰਾ ਆਪਣਾ ਮੰਨਣਾ ਹੈ ਕਿ ਲੋਕ ਸਮਝਦੇ ਸੀ ਕਿ ਅੱਛਾ ਰਿਸਪੌਂਸ ਮਿਲ ਰਿਹਾ ਸੀ। ਬਟ ਇਹੀ ਡਿਸੀਜਨ ਜਿਹੜਾ 1 ਸਾਲ ਪਹਿਲੇ ਕਰਨਾ ਚਾਹੀਦਾ। ਬਟ ਕਾਂਗਰਸ ਫਿਰ ਆਪਣੇ ਸਟੇਟ ਲੀਡਰਸ ਨੂੰ ਸਾਈਡਲਾਈਨ ਕਰਦੀ ਹੈ ਜਿਹੜੇ ਸਟਾਲਵਰਡਸ ਨੇ। ਇੱਕ ਇਹ ਵੀ ਪਰਸੈਪਸ਼ਨ ਹੈ। ਨਹੀਂ, ਸਟਾਲਵਰਡਸ ਨੂੰ ਕੋਈ ਸਾਈਡਲਾਈਨ ਨਹੀਂ ਕਰਦਾ। ਬਟ ਮੇਰਾ ਖਿਆਲ ਡਿਸਾਈਸਿਵ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਥੋੜ੍ਹਾ ਜਿਹਾ ਟਾਈਮ ਸਿਰ ਅੱਗੇ ਲੈ ਆਉਣਾ ਚਾਹੀਦਾ ਜੀ। ਜਿਹੜੇ ਵੀ ਤੁਸੀਂ ਜੇ ਸਮਝਦੇ ਹੋ ਕਿ ਜਿਸ ਆਦਮੀ ਨੇ ਇਲੈਕਸ਼ਨ ਲੜਵਾਉਣੀ ਹੈ ਉਹਨੂੰ ਯੂ ਮਸਟ ਗਿਵ ਹਿਮ ਸਫੀਸ਼ੀਐਂਟ ਟਾਈਮ ਕਿ ਉਹ ਆਪਣੇ ਰਿਜ਼ਲਟਸ ਦਿਖਾ ਸਕੇ। ਦੀ ਅਦਰ ਪਰਸੈਪਸ਼ਨ ਤਾਂ ਇਹ ਵੀ ਹੈਗੀ ਕਿ ਬਿਕੋਜ਼ ਇਹ ਵੋਟ ਮੋਦੀ ਲਈ ਪਈ ਹੈ। ਨਹੀਂ, ਮੋਦੀ ਇਹਦੇ 'ਚ ਕਈ ਫੈਕਟਰਸ ਇਨਵੋਲਵ ਹੋ ਗਏ ਨੇ ਜੀ। ਇਟ ਇਜ਼ ਨਾਟ ਮੋਦੀ ਦਾ ਤੇ ਜਿੱਥੇ ਸੋ ਮੋਦੀ ਕਈ ਜਗ੍ਹਾ ਗਿਆ ਉਹ ਚੀਜ਼ ਪ੍ਰੂਵ ਹੋਈ ਹੈ ਕਿ ਵੋਟ ਘਟੀ ਹੈ। ਦਿੱਲੀ ਦੇ ਵਿੱਚ ਵੀ ਵੋਟ ਘਟੀ ਹੈ BJP ਦੀ ਵੋਟ ਵਧਣ ਨਾਲੋਂ। ਪਿਛਲੀ ਦਫਾ ਨੂੰ 3% ਵੋਟ ਘਟੀ ਹੈ। ਕਈ ਜਗ੍ਹਾ ਦੇ ਉੱਤੇ ਜਿੱਥੇ ਨਰਿੰਦਰ ਮੋਦੀ ਹੁਣੀ ਗਏ ਨੇ, ਉਹ ਜਿਸ ਜਗ੍ਹਾ 'ਤੇ ਉਹਨਾਂ ਦੀ ਰੈਲੀਜ਼ ਹੋਈਆਂ ਉੱਥੋਂ ਸੋ ਕੈਂਡੀਡੇਟ ਹਾਰੇ ਨੇ ਜੀ। ਸੋ ਆਈ ਡੋਂਟ ਥਿੰਕ ਸੋ ਦੇਰ ਲੋਟ ਆਫ ਮੋਦੀ ਰਾਹੁਲ ਇਸ਼ੂ ਨਹੀਂ ਹੈਗਾ। ਆਈ ਡੋਂਟ ਥਿੰਕ ਸੋ ਮੋਦੀ ਤੇ ਇਹਦਾ ਬੇਸਿਕ ਗੱਲ ਹੈ ਕਿ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਉਹ ਆਪਣੀਆਂ ਅਚੀਵਮੈਂਟਸ ਸੁਚੱਜੇ ਢੰਗ ਦੇ ਨਾਲ ਲੋਕਾਂ ਵਿੱਚ ਨਹੀਂ ਲੈ ਕੇ ਜਾ ਸਕੀ, ਆਪਣੀਆਂ ਅਚੀਵਮੈਂਟਸ ਨਹੀਂ ਲੈ ਕੇ ਜਾ ਸਕੀ। ਅਤੇ ਜਿਹੜੀ ਓਪੋਜੀਸ਼ਨ ਹੈ ਉਹ ਆਪਣਾ ਵਿਊ ਪੁਆਇੰਟ ਰੱਖਣ ਦੇ ਵਿੱਚ ਅਤੇ ਲੋਕਾਂ 'ਚ ਪਰਸੈਪਸ਼ਨ ਬਣਾਉਣ ਦੇ ਵਿੱਚ ਇਹ ਕਾਮਯਾਬ ਹੋ ਗਈ। ਉਹਦੇ ਵਿੱਚ ਇਨਫਲੇਸ਼ਨ ਨੇ ਵੀ ਬੜਾ ਵੱਡਾ ਰੋਲ ਅਦਾ ਕੀਤਾ, ਭਾਵੇਂ ਇੰਟਰਨੈਸ਼ਨਲ ਇਹਦੇ ਰੈਮੀਫਿਕੇਸ਼ਨਸ ਹੈ ਨੇ, ਬਟ ਇਹਦਾ ਰੋਲ ਰਿਹਾ ਇਸ ਗੱਲ ਦੇ ਵਿੱਚ। ਇੱਕ ਹੋਰ ਬੜੀ ਪਰਸੈਪਸ਼ਨ ਜਿਹੜੀ ਆਮ ਲੋਕਾਂ ਵਿੱਚ ਹੈ ਕਿ ਕਾਂਗਰਸ ਦੇ ਵਿੱਚ ਇੱਕ ਸਾਈਕੋਫੈਂਸੀ ਬਹੁਤ ਹੋ ਗਈ ਹੈ। ਜਿਹੜੇ ਹੁਣ ਨਵੀਂ ਜਨਰੇਸ਼ਨ ਪੜ੍ਹ ਲਿਖ ਗਈ ਹੈ, ਇੰਪਾਵਰਡ ਹੈ ਅੱਗੇ ਨਾਲੋਂ ਜ਼ਿਆਦਾ, ਉਹ ਕਾਂਗਰਸ ਲੀਡਰਸ ਵਿੱਚ ਇੱਕ ਬਹੁਤ ਜ਼ਿਆਦਾ ਸਾਈਕੋਫੈਂਸੀ ਦਿਖਦੀ ਹੈ। ਪੰਜਾਬ 'ਚ ਜਿੱਦਾਂ ਪੰਜਾਬ ਦੇ ਸਾਰੇ ਐਡੇ ਐਡੇ ਸਟਾਲਵਰਡ ਨੇ, ਇੱਥੇ ਤਾਂ ਡੀਂਗਾ ਮਾਰਦੇ, ਬਟ ਹਾਈ ਕਮਾਂਡ ਦੇ ਅੱਗੇ ਦੇ ਆਰ ਵੈਰੀ ਜਸਟ ਚਾਪੜੂਸ ਬਣ ਜਾਂਦੇ ਨੇ। ਇਹ ਪਰਸੈਪਸ਼ਨ ਇੱਕ ਬਹੁਤ ਲੋਕਾਂ ਵਿੱਚ ਆ ਗਈ ਹੈ। ਮੈਨੂੰ ਇਸ ਗੱਲ ਦਾ ਤਾਂ ਪਤਾ ਨਹੀਂ ਜੀ। ਅਸੀਂ ਤਾਂ ਜਿਹੜੀ ਗੱਲ ਸੱਚ ਹੁੰਦੀ ਹੈ ਹਮੇਸ਼ਾ ਪਾਰਟੀ ਹਾਈ ਕਮਾਂਡ ਦੇ ਸਾਹਮਣੇ ਹਮੇਸ਼ਾ ਰੱਖੀ ਦੀ, ਉਸ ਨੂੰ ਐਕਸੈਪਟ ਕੀਤਾ ਜਾਏ ਜਾਂ ਨਾ ਕੀਤਾ ਜਾਏ ਉਹ ਤਾਂ ਉਹਨਾਂ ਦੀ ਮਰਜ਼ੀ ਹੈ। ਬਟ ਮੇਰਾ ਖਿਆਲ ਨਹੀਂ, ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਜੀ ਹਾਰ ਦਾ ਕੋਈ ਬਾਪ ਨਹੀਂ ਹੁੰਦਾ, ਕਾਮਯਾਬੀ ਦੇ ਬਹੁਤ ਸਾਰੇ ਬਾਪ ਬਣਦੇ ਨੇ। ਐਂਡ ਹਿਸਟਰੀ ਦੇ ਵਿੱਚ ਕਈ ਦਫਾ ਹਾਰਾਂ ਅਤੇ ਜਿੱਤਾਂ ਹੋਈਆਂ ਨੇ। ਇਹਦੇ ਵਿੱਚ ਬਹੁਤਾ ਡਿਸਕਰੇਜ ਹੋਣ ਦੀ ਲੋੜ ਨਹੀਂ। ਇਹਦੇ ਵਿੱਚ ਤਾਂ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹ ਦੂਰ ਕਰਨ ਦੀ ਲੋੜ ਹੈ। ਅਤੇ ਪਰਸੈਪਸ਼ਨਲ, ਹੁਣ ਜਿਸ ਆਮ ਆਦਮੀ ਪਾਰਟੀ ਤੁਸੀਂ ਵੇਖਿਆ ਲੋਕਾਂ ਨੇ ਵੋਟ ਪਾਈਆਂ ਨੇ, ਜਿਹੜੀਆਂ ਐਸਟੈਬਲਿਸ਼ਡ ਪਾਰਟੀਜ਼ ਨੇ ਉਹਨਾਂ ਦੇ ਖਿਲਾਫ ਵੋਟ ਪਈ ਹੈ। ਅਤੇ ਹੁਣ ਜਦੋਂ ਗਵਰਨਮੈਂਟ ਬਣਾਉਣ ਦਾ ਟਾਈਮ ਆ ਰਿਹਾ, ਦੇ ਆਰ ਰਿਲੈਕਟੈਂਟ ਬਿਕੋਜ਼ ਜਿਹੜੇ ਉਹਨਾਂ ਨੇ ਪ੍ਰੋਮਿਸਿਸ ਕੀਤੇ ਨੇ, ਬਹੁਤ ਸਾਰੇ ਪ੍ਰੋਮਿਸਿਸ ਉਹਨਾਂ ਨੇ ਕਰਨ ਤੋਂ ਪਹਿਲੇ ਹੀ ਉਹਨਾਂ ਨੂੰ ਪਤਾ ਸੀ ਕਿ ਅਸੀਂ ਮੀਟ ਨਹੀਂ ਕਰ ਪਾਂਗੇ। ਬਟ ਉਹਦਾ BJP ਕਿਉਂ ਨਹੀਂ ਬਣਾ ਰਹੀ? ਆਫਟਰ ਆਲ ਸਿੰਗਲ ਲਾਰਜੈਸਟ ਪਾਰਟੀ ਦਾ BJP ਹੈ ਨਾ। ਦੇ ਸ਼ੁੱਡ ਬੀ ਦ ਵਨਸ। ਸੇਮ ਇਜ਼ ਦ ਕੇਸ ਦਿਸ BJP ਕੋ ਨੰਬਰਸ ਹੈ ਨਹੀਂ। ਨੰਬਰਸ ਵਾਸਤੇ ਦੇ ਕੁਡ ਹੈਵ ਡਨ ਇਟ,
ਬਟ ਪ੍ਰੈਸ਼ਰ ਜ਼ਰੂਰ ਹੈ ਆਮ ਆਦਮੀ ਪਾਰਟੀ ਦਾ ਪਿਆ। ਇਹਨਾਂ ਨੂੰ ਬੰਦੇ ਤੋੜਨੇ ਪੈਣੇ ਸੀ, ਬੰਦੇ ਤੋੜਨ ਵਾਸਤੇ ਡਿਫੈਕਸ਼ਨਸ ਦਾ ਇਹਨਾਂ ਦੇ ਐਲੀਗੇਸ਼ਨ ਲੱਗਣਾ ਸੀ ਜੀ। ਤੋ ਜਸਟ ਟੂ ਕੀਪ ਇਟ ਅਵੇ ਫॉर द ਟਾਈਮ ਬੀਇੰਗ ਦੇ ਹੈਵ ਥੌਟ ਕਿ 3-4 ਮਹੀਨੇ ਇਹਨਾਂ ਨੂੰ ਵੇਖ ਲੈਣ ਤੋਂ ਆਮ ਆਦਮੀ ਪਾਰਟੀ। ਬਟ ਜਿਹੜਾ ਮੋਦੀ ਦੀ ਗੱਲ ਸਾਰੇ ਪਾਸੇ ਹਿੰਦੁਸਤਾਨ ਵਿੱਚ ਚੱਲ ਰਹੀ ਹੈ, ਬੀਜੇਪੀ ਪ੍ਰਚਾਰ ਵੀ ਕਰ ਰਹੀ ਹੈ ਕਿ ਮੋਦੀ ਇਫੈਕਟ ਹੋਇਆ ਹੈਗਾ, ਇਹ ਡੂ ਯੂ ਥਿੰਕ ਮੋਦੀ ਇਫੈਕਟ ਪੰਜਾਬ ਵਿੱਚ ਪ੍ਰੈਵਲੈਂਟ ਹੋਏਗਾ ਜਦੋਂ ਲੋਕ ਸਭਾ ਇਲੈਕਸ਼ਨ? ਪੰਜਾਬੀਆਂ ਨੂੰ ਮੈਂ ਤੁਹਾਡੇ ਜ਼ਰੀਏ ਇੱਕ ਗੱਲ ਤੋਂ ਸੁਚੇਤ ਕਰਨਾ ਚਾਹੁੰਦਾ ਕਿ ਬਹੁਤ ਗੰਭੀਰਤਾ ਨਾਲ ਪੰਜਾਬੀਆਂ ਨੂੰ ਵਿਚਾਰਨਾ ਪਏਗਾ। ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਇਹ 2 ਨੇਸ਼ਨ ਥਿਊਰੀ ਤੇ ਹੋਇਆ, ਹਿੰਦੂਜ਼ ਤੇ ਬਾਕੀਆਂ ਵਾਸਤੇ ਹਿੰਦੁਸਤਾਨ ਤੇ ਮੁਸਲਿਮਸ ਵਾਸਤੇ ਪਾਕਿਸਤਾਨ। ਪੰਜਾਬੀ ਜਿਹੜੇ ਨੇ ਜਿਹਦੇ 'ਚ ਬਹੁਤ ਗਿਣਤੀ ਸਿੱਖ ਭਾਈਚਾਰਾ ਹੈ, ਉਹ ਆਪਣਾ ਸਾਰਾ ਕੁਝ ਛੱਡ ਕੇ ਪਾਕਿਸਤਾਨ ਦੇ ਵਿੱਚੋਂ ਇਸ ਹਿੱਸੇ ਦੇ ਵਿੱਚ ਹਿੰਦੁਸਤਾਨ ਦੇ ਆਇਆ। ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ ਕਿ 14% ਸਿੱਖ ਜਿਹੜੇ ਸਨ ਉਹਨਾਂ ਕੋਲ 44% ਲੈਂਡਡ ਪ੍ਰਾਪਰਟੀ ਸੀ। ਜਦੋਂ ਇੱਥੇ ਆਏ ਨੇ 1/3 ਸਾਨੂੰ ਕੱਟ ਲੱਗਾ। ਜਿਹਦੇ ਕੋਲ 100 ਏਕੜ ਜ਼ਮੀਨ ਸੀ ਉਹਨੂੰ ਇੱਥੇ ਆ ਕੇ 66 ਏਕੜ ਜ਼ਮੀਨ ਮਿਲੀ ਹੈ। ਆਬਾਦ ਜ਼ਮੀਨਾਂ ਛੱਡ ਕੇ ਬੇਆਬਾਦ ਜ਼ਮੀਨਾਂ ਦੇ ਵਿੱਚ ਅਸੀਂ ਆਏ। ਬਾਦਲ ਸਾਹਿਬ ਤਾਂ ਜਿਹੜੇ ਸਿੱਖ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹ ਤਾਂ ਕਹਿੰਦੇ ਕਿ ਇਜ਼ ਦੀ ਬੈਸਟ ਕੈਂਡੀਡੇਟ ਫॉर ਪ੍ਰਾਈਮ ਮਿਨਿਸਟਰਸ਼ਿਪ। ਬਾਦਲ ਸਾਹਿਬ ਇਸ ਕਰ ਕਹਿੰਦੇ ਨੇ ਕਿ ਬਾਦਲ ਸਾਹਿਬ ਦਾ ਜਿਹੜੀ ਸਾਰੀ ਸੋਚ ਹੈ ਉਹ ਨਾ ਪੰਜਾਬੀਆਂ ਪ੍ਰਤੀ ਹੈ ਨਾ ਸਿੱਖਾਂ ਪ੍ਰਤੀ, ਉਹਨਾਂ ਦੀ ਆਪਣੀ ਪਰਸਨਲਾਈਜ਼ਡ ਹੈ। ਕਿਉਂਕਿ ਇਸ ਟਾਈਮ ਉਹ ਅਕਾਲੀ ਦਲ ਨਹੀਂ ਜਿਹੜਾ ਅਕਾਲੀ ਦਲ 1920 ਦੇ ਵਿੱਚ ਜਿਹਦਾ ਜਨਮ ਹੋਇਆ ਸੀ। ਇਹ ਅਕਾਲੀ ਦਲ ਅੱਜ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਿਆ, ਜਿਹਦੇ ਵਿੱਚ ਕਿਸੇ ਜਥੇਦਾਰ ਦੀ, ਕਿਸੇ ਸਧਾਰਨ ਵਰਕਰ ਦੀ ਤੇ ਲੀਡਰ ਦੀ ਕੋਈ ਗੱਲ ਨਹੀਂ। ਇਹਦੇ ਵਿੱਚ 4 ਆਦਮੀਆਂ ਦੀ ਗੱਲ ਹੈ, ਇੱਕ ਸਰ ਪ੍ਰਕਾਸ਼ ਸਿੰਘ ਜੀ ਦੀ, ਇੱਕ ਉਹਨਾਂ ਦੇ ਸਾਹਿਬਜ਼ਾਦੇ ਸਰ ਸੁਖਬੀਰ ਸਿੰਘ ਉਹਨਾਂ ਦੀ, ਇੱਕ ਸਰ ਸੁਖਬੀਰ ਸਿੰਘ ਉਹਨਾਂ ਦੇ ਸਾਲਾ ਸਾਹਿਬ ਸਰ ਬਿਕਰਮਜੀਤ ਸਿੰਘ ਉਹਨਾਂ ਦੀ ਮਜੀਠੀਆ ਸਾਹਿਬ ਦੀ, ਇੱਕ ਉਹਨਾਂ ਦੀ ਧਰਮ ਪਤਨੀ ਬੀਬੀ ਹਰਸਿਮਰਨ ਜੀ ਦੀ। ਬਟ ਜੇ ਗੱਲ ਹੋਵੇ ਬੰਦਾ ਹੈ ਨਹੀਂ। ਬਟ ਜੇ ਇਹੋ ਜੀ ਗੱਲ ਹੋਵੇ ਤੇ ਉਹਨਾਂ ਦੇ ਵਿੱਚ ਕੋਈ ਇੰਨੀ ਫੈਕਸ਼ਨਲਿਜ਼ਮ ਤਾਂ ਹੈ ਨਹੀਂ। ਇਹਦਾ ਮਤਲਬ ਲੋਕ ਉਹਨਾਂ ਦੇ ਜੋ ਵੀ ਸਾਰੇ ਰੋਲ ਹੈ ਉਹਨੂੰ ਐਕਸੈਪਟ ਕਰਦੇ ਆ। ਕੋਈ ਐਕਸੈਪਟ ਨਹੀਂ ਕਰਦਾ ਜੀ। ਪਿਛਲੀ ਦਫਾ ਜਿਹੜੀ ਹਾਰ ਹੋਈ ਹੈ ਅਕਾਲੀ ਦਲ ਦੀ ਹਾਰ ਘੱਟ ਹੈ, ਮੈਂ ਸਮਝਦਾ ਸਾਡੀ ਹਾਰ ਵੱਧ ਹੈ ਜੀ। ਅਕਾਲੀ ਦਲ ਤੇ ਜਿੱਤ ਕੇ ਵਿਚਾਰੇ ਬੋਰੀ ਬਿਸਤਰਾ ਲੈ ਕੇ ਆਪਣੇ ਪਿੰਡਾਂ ਨੂੰ ਵੀ ਤੁਰ ਗਏ ਸੀ। ਇਹ ਸਾਡੀਆਂ ਕੋਈ ਕਮੀਆਂ ਪੇਸ਼ੀਆਂ ਰਹੀਆਂ ਨੇ, ਜਿਸ ਕਮੀ ਪੇਸ਼ੀ ਦੇ ਕਾਰਨ ਬੇਸਿਕਲੀ ਹੈਂਡਓਵਰ ਰਾਜ ਕੀਤਾ ਗਿਆ ਉਹਨਾਂ ਨੂੰ ਜੀ। ਤੇ ਪੰਜਾਬ ਦੀ ਤੁਸੀਂ ਗੱਲ ਹੀ ਕਰ ਰਹੇ ਹੋ, ਪੰਜਾਬ ਦੀ ਕਾਂਗਰਸ ਦੀ, ਤੇ ਪੰਜਾਬ 'ਚ ਬਹੁਤ ਜ਼ਿਆਦਾ ਕਾਂਗਰਸ 'ਚ ਫਾੜ ਹੈ, ਫੈਕਸ਼ਨਲਿਜ਼ਮ ਹੋ ਗਈ ਹੈ। ਨਹੀਂ, ਬਿਲਕੁਲ ਨਹੀਂ। ਕਿੱਥੇ ਫਾੜ ਤੁਹਾਨੂੰ ਨਜ਼ਰ ਆਇਆ ਜੀ? ਸਾਰੇ ਪਾਸੇ ਹੈ। ਜਦੋਂ ਤੁਸੀਂ ਬਣੇ ਪ੍ਰਧਾਨ ਉਦੋਂ ਕੈਪਟਨ ਅਮਰਿੰਦਰ ਨੇ ਇੱਕ ਸਟੇਟਮੈਂਟ ਵੀ ਦਿੱਤੀ ਸੀਗੀ ਕਿ ਆਈ ਵੁੱਡ ਹੈਵ ਸੁਜੈਸਟਡ ਅਨਦਰ ਨੇਮ, ਤੇ ਹੋਰ ਵੀ ਕਈ ਸੀਨੀਅਰ ਲੀਡਰ ਤੁਹਾਡੇ ਨਾਲ। ਹੋਰ ਨਹੀਂ ਕਿਹਾ, ਕੈਪਟਨ ਸਾਹਿਬ ਦੀ ਆਈ ਇਹ ਆਪ ਹੀ ਖੁਦ ਜਾਣਨ ਕਿ ਕਿਹੜਾ ਬੈਟਰ ਨੇਮ ਉਹ ਦੇਣਾ ਚਾਹੁੰਦੇ ਸੀ। ਹਮੇਸ਼ਾ ਜੇ ਨਾ ਦੇਣਾ ਸੀ ਟਾਈਮ ਸਿਰ ਦੇਣਾ ਚਾਹੀਦਾ ਲੀਡਰ ਨੂੰ। ਸੁਖ ਸਰਕਾਰੀਆ ਹੋਣਾ ਨੇ ਵੀ ਇੱਕ ਚਿੱਠੀ ਲਿਖੀ, ਸੁਖ ਸਰਕਾਰੀਆ ਜੀ ਦੇ ਪਿੱਛੇ ਵੀ ਕਈ ਲੋਕ ਲੱਗੇ ਨੇ ਜੀ। ਸੋ ਫਾੜ ਕਿਤੇ ਤਾਂ ਹੈ ਨਾ। ਐ ਤੇ ਇਸ ਕਿਸਮ ਦੇ ਫਾੜ ਤੇ ਅਕਾਲੀ ਦਲ 'ਚ ਕਿਹੜੇ ਥੋੜੇ ਰਹੇ ਨੇ। ਗੁਰਚਰਨ ਸਿੰਘ ਟੋਹਰਾ ਰਹੇ ਆ ਬਾਦਲ ਸਾਹਿਬ ਦੇ ਖਿਲਾਫ, ਤਲਵੰਡੀ ਜੀ ਬਾਦਲ ਸਾਹਿਬ ਦੇ ਖਿਲਾਫ ਰਹੇ ਨੇ, ਅੱਜ ਵੀ ਚੱਲਦੇ ਨੇ। ਹੁਣ ਕਿਉਂਕਿ ਇਸ ਮੌਕੇ ਦੇ ਉੱਤੇ ਰਾਜ ਤੇ ਪੂਰੀ ਉਹਨਾਂ ਦੀ ਗ੍ਰਿਫਤ ਹੈ। ਬਟ ਤੁਹਾਡੇ ਕੀ ਡਿਫਰੈਂਸਿਸ ਕੀ ਨੇ ਕੈਪਟਨ ਅਮਰਿੰਦਰ ਨਾਲ? ਪਰਸਨਲ ਨੇ ਜਾਂ ਕੋਈ ਪੋਲੀਟੀਕਲ ਨੇ? ਨਹੀਂ, ਮੇਰੇ ਤੇ ਨਾ ਕੋਈ ਪੋਲੀਟੀਕਲ ਨੇ ਨਾ ਕੋਈ ਮੇਰੇ ਪਰਸਨਲ ਨੇ। ਮੈਂ ਉਹਨਾਂ ਦੀ ਸਰਕਾਰ ਦੇ ਵਿੱਚ 5 ਸਾਲ ਉਹਨਾਂ ਦਾ ਮਿਨਿਸਟਰ। ਬਟ ਉਦੋਂ ਵੀ ਡਿਫਰੈਂਸਿਸ ਸੀਗੇ, ਤੁਹਾਡੀ G7 ਬਣੀ ਸੀ। ਨਹੀਂ, ਮੇਰੇ ਵੱਲੋਂ ਕੋਈ ਨਹੀਂ ਸੀ। ਉਹ ਪਰਸੈਪਸ਼ਨਲੀ ਕਿਸੇ ਨੇ ਉਹਨਾਂ ਦੀ ਗੱਲ ਕੰਨ 'ਚ ਪਾਈ ਹੋਈ ਗੱਲ ਵੱਖਰੀ ਹੈ। ਮੈਂ ਤਾਂ ਹਮੇਸ਼ਾ ਉਹਨਾਂ ਦੇ ਨਾਲ ਚੱਲਣ ਦੀ ਕੋਸ਼ਿਸ਼। ਬਟ ਜਿਹੜੇ ਉਹ ਕੈਪਟਨ ਅਮਰਿੰਦਰ ਟੂਰ ਕਰ ਰਹੇ ਨੇ, ਵਾਟ ਡੂ ਯੂ ਮੇਕ ਆਊਟ ਆਫ ਦਿਸ? ਅੱਛੀ ਗੱਲ ਹੈ। ਮੈਂ ਸਮਝਣਾ ਕੋ ਸਮਝਦੇ ਰਹੇ ਨੇ ਕਿ ਮੇਰੀ ਕਮੀ ਪੇਸ਼ੀ ਪਿੱਛੇ ਰਹੀ ਹੈ, ਘੱਟ ਲੋਕਾਂ ਨਾਲ ਤਾਲਮੇਲ ਰੱਖਿਆ, ਹੁਣ ਉਹ ਤਾਲਮੇਲ ਵਧਾਉਣਾ ਚਾਹੁੰਦੇ ਨੇ, ਬੜੀ ਅੱਛੀ ਗੱਲ ਹੈ। ਜਾਣ ਲੋਕਾਂ ਦੇ ਵਿੱਚ। ਇੱਕ ਕਾਂਗਰਸ ਵਰਕਰਸ ਵਿੱਚ ਇੱਕ ਹੋਰ ਪਰਸੈਪਸ਼ਨ ਹੈ ਕਿ ਪ੍ਰਤਾਪ ਬਾਜਵਾ ਇਜ਼ ਅ ਵੈਰੀ ਹਾਰਡ ਵਰਕਿੰਗ ਮੈਨ, ਬਹੁਤ ਮਿਹਨਤ ਕਰਦੇ ਹੈ, ਬਟ ਕਰਿਸ਼ਮਾ ਘੱਟ ਹੈ। ਵੇਅਰਐਜ਼ ਕੈਪਟਨ ਅਮਰਿੰਦਰ ਦੇ ਵਿੱਚ ਕਰਿਸ਼ਮਾ ਹੈਗਾ, ਬਟ ਉਹ ਹਾਰਡ ਵਰਕ ਨਹੀਂ ਉਹਨਾਂ ਕਰਦੇ। ਜ਼ਿਆਦਾ ਇੰਪੋਰਟੈਂਟ ਕੀ ਚੀਜ਼ ਹੈ ਦੋਨਾਂ 'ਚੋਂ? ਮੇਰਾ ਖਿਆਲ ਲੋਕਾਂ ਵਿੱਚ ਖੁਸ਼ੀ ਗਮੀ 'ਚ ਜਾਣਾ, ਲੋਕਾਂ ਨਾਲ ਤਾਲਮੇਲ ਰੱਖਣਾ ਉਹ ਜ਼ਰੂਰੀ ਹੁੰਦਾ। ਕਰਿਸ਼ਮਾ ਤੇ ਪਾਰਟੀਆਂ ਦੇ ਹੈੱਡ ਕਰਕੇ ਹੀ ਕਰਿਸ਼ਮਾ ਬਣਦਾ। ਜਦੋਂ ਮੌਕਾ ਮਿਲਦਾ ਆਪੇ ਕਰਿਸ਼ਮਾ ਨਜ਼ਰ ਆ ਜਾਂਦਾ ਜੀ। ਇਹ ਤੇ ਅਜੇ ਸਾਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਕਰਿਸ਼ਮਾ ਵਿਖਾਉਣ ਦਾ। ਜੋ ਮੌਕਾ ਮਿਲੇਗਾ ਲੋਕਾਂ ਨੂੰ ਕਰਿਸ਼ਮਾ ਵੀ ਨਜ਼ਰ ਆਏਗਾ ਜੀ। 9 ਮਹੀਨੇ ਹੋ ਗਏ ਤੁਹਾਨੂੰ ਪ੍ਰਧਾਨ ਬਣੇ, ਤੇ ਕਿਸ ਕਿਸਮ ਦਾ ਇੰਪੈਕਟ ਤੁਸੀਂ ਪਾਰਟੀ ਤੇ ਜਾਂ ਲੋਕਾਂ ਵਿੱਚ ਪਿਆ? ਤੁਸੀਂ ਮਾਝੇ ਦੇ ਜ਼ਿਆਦਾ ਲੀਡਰ ਕੰਸੀਡਰ ਕੀਤੇ ਜਾਂਦੇ ਹੋ, ਬਟ ਮਾਲਵੇ ਤੇ ਦੁਆਬੇ ਵਿੱਚ ਕਿਸ ਕਿਸਮ ਦੀ ਤੁਹਾਡੀ ਪ੍ਰੈਜ਼ੈਂਸ? ਮੇਰੇ ਕੋਲ ਹਰ ਜਗ੍ਹਾ ਮੈਂ ਗਿਆ ਜੀ। ਮਾਲਵੇ ਦੇ ਵਿੱਚ ਮਾਝੇ ਨੂੰ ਵੀ ਤੇ ਦੁਆਬੇ ਨੂੰ ਵੀ ਵੱਧ ਮੈਨੂੰ ਲੋਕਾਂ ਦਾ ਹੁੰਗਾਰਾ ਮਿਲਿਆ। ਦੁਆਬੇ 'ਚ ਵੀ ਬੜਾ ਅੱਛਾ ਹੁੰਗਾਰਾ ਮਿਲਿਆ। ਤਕਰੀਬਨ 50 ਅਸੈਂਬਲੀ ਹਲਕੇ ਮੈਂ ਕੱਢ ਲਏ ਨੇ। 60-65 ਅਸੈਂਬਲੀ ਹਲਕੇ ਰਹਿੰਦੇ ਜਿਹੜੇ ਪਾਰਲੀਮੈਂਟ ਤੱਕ ਮੈਂ ਕੱਢ ਦੇਣੇ ਨੇ। ਹੁੰਗਾਰੇ ਵੱਲੋਂ ਕੋਈ ਕਮੀ ਨਹੀਂ। ਲੋਕਾਂ ਤੇ ਦਹਿਸ਼ਤ ਹੈ
ਇਸ ਟਾਈਮ ਮੌਜੂਦਾ ਸਰਕਾਰ ਜਿਹੜੀ ਹੈ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਈ ਹੈ। ਲੋਕਾਂ ਦੇ ਬਹੁਤ ਵੱਡੇ ਪੈਮਾਨੇ ਤੇ ਲੋਕਾਂ ਤੇ ਦਹਿਸ਼ਤ ਹੈ, ਝੂਠੇ ਕੇਸਿਸ ਬਣ ਰਹੇ ਨੇ। ਤੁਸੀਂ ਵੇਖਿਆ ਹੋਏਗਾ ਕਿ ਜਿੱਥੇ ਕਿਤੇ ਅਕਾਲੀ ਦਲ ਦੀਆਂ ਵੱਡੀ ਰੈਲੀਜ਼ ਹੋਈਆਂ ਜਾਂ ਫੰਕਸ਼ਨਸ ਹੋਏ ਨੇ, ਲੋਕ ਜਿਹੜੇ EMPLOYEES ਹੈ ਨੇ ਆਪਣਾ ਜਮਹੂਰੀ ਹੱਕ ਪੇਸ਼ ਕਰਨ ਵਾਸਤੇ ਉੱਥੇ ਕੋਈ ਨਾ ਕੋਈ ਉੱਥੇ ਆਪਣੀ ਗੱਲ ਪੇਸ਼ ਕਰਨ ਵਾਸਤੇ ਗਿਆ, ਉੱਥੇ ਪੁਲਿਸ ਇੰਟਰਵੀਨ ਨਹੀਂ ਕੀਤੀ। ਅਕਾਲੀ ਦਲ ਦੇ ਕਾਡਰਸ ਨੇ ਖੁਦ ਲੋਕਾਂ ਦੀਆਂ ਪੱਗਾਂ ਉਤਾਰੀਆਂ ਨੇ, ਲੋਕਾਂ ਨੂੰ ਕੁੱਟਮਾਰ ਕੀਤੀ ਹੈ, ਕੋਈ ਉਹਨਾਂ ਦੇ ਕੇਸ ਰਜਿਸਟਰ ਨਹੀਂ ਕੀਤੇ ਗਏ। ਆਪ ਦੇ ਆਰ ਲਾਅ ਇਨ ਟੂ ਦੈਮਸੈਲਵ। ਸੋ ਇਸ ਗੱਲ ਕਾਰ ਥੋੜ੍ਹਾ ਜਿਹਾ ਇਸ ਟਾਈਮ ਲੋਕਾਂ ਜਿਸ ਹਿਸਾਬ ਦੇ ਨਾਲ ਲੋਕ ਬਾਹਰ ਨਿਕਲਣੇ ਚਾਹੀਦੇ ਸੀ ਉਨੇ ਨਹੀਂ ਨਿਕਲ ਰਹੇ। ਬਟ ਮੈਂ ਸਮਝਦਾ ਕਿ ਵਕਤ ਆਉਣ 'ਤੇ ਸੁਨਾਮੀ ਆਏਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਦੇ ਰਾਜ ਦੇ ਖਿਲਾਫ। ਲੋਕ ਬਹੁਤ ਵੱਡੇ ਪੈਮਾਨੇ ਤੇ ਇਹਨਾਂ ਦੇ ਖਿਲਾਫ ਅੰਡਰਗਰਾਊਂਡ ਇੱਕ ਮੂਵਮੈਂਟ ਹੈ ਲੋਕਾਂ ਦੇ ਵਿੱਚ, ਬਹੁਤ ਲੋਕਾਂ 'ਚ ਜੋ ਇਹਨਾਂ ਦੇ ਖਿਲਾਫ ਸਮਝੋ ਇੱਕ ਜਿਸ ਤਰ੍ਹਾਂ ਕਹੀਦਾ ਕਿ ਨਫ਼ਰਤ ਦਾ ਮਾਹੌਲ ਇਹਨਾਂ ਦੇ ਖਿਲਾਫ ਹੈ। ਪਰ ਟਾਈਮ ਆਉਣ 'ਤੇ ਲੋਕ ਅੰਦਰ ਜਾ ਕੇ ਵੋਟਿੰਗ ਮਸ਼ੀਨ 'ਤੇ ਗੁੱਸਾ ਕੱਢਣਗੇ। ਬਟ ਤੁਹਾਡੀ ਵੀ ਆਪਣੀ ਕੰਟਰੋਵਰਸੀ ਰੀਸੈਂਟਲੀ ਲੈਂਡ ਬਾਰੇ ਸੀਗੀ ਚੱਲ ਰਹੀ, ਜਿਹੜੀ ਗਵਰਨਮੈਂਟ ਨੇ ਕਿਹਾ ਇੱਕ ਕਮੇਟੀ ਵੀ ਬਣਾਈ ਹੈ ਟੂ ਲੁੱਕ ਇਨਟੂ ਇਟ। ਵਾਟ ਇਜ਼ ਦੈਟ? ਉਹ ਤਾਂ ਵਿੱਚ ਕੁਝ ਵੀ ਨਹੀਂ ਜੀ। ਮੈਂ ਤਾਂ ਇੱਕ ਬੋਨਾਫਾਈਡ ਬਾਇਰ ਸੀ ਜ਼ਮੀਨ ਦਾ। ਬਟ ਉਹ ਕਹਿੰਦੇ ਸ਼ਾਮਲਾ ਦੀ ਜ਼ਮੀਨ ਤੁਸੀਂ, ਜੇ ਸ਼ਾਮਲਾਟ ਦੀ ਜ਼ਮੀਨ ਸੀ ਤਾਂ ਰਜਿਸਟਰੀ ਕਿਸ ਤਰ੍ਹਾਂ ਹੋਈ ਜੀ? ਰਜਿਸਟਰੀ ਕਰਾਈ ਕਿੰਨੇ ਜੀ? ਕੌਣ ਕਰਦਾ ਰਜਿਸਟਰੀ? ਰੈਵਨਿਊ ਡਿਪਾਰਟਮੈਂਟ ਕਰਦਾ। ਰੈਵਨਿਊ ਡਿਪਾਰਟਮੈਂਟ ਕਿਹਦੇ ਕੋਲ ਹੈ ਜੀ? ਗਵਰਨਮੈਂਟ ਆਫ ਪੰਜਾਬ ਦੇ ਕੋਲ ਹੈ। ਰਜਿਸਟਰੀ ਕਦੋਂ ਹੋਈ ਹੈ? 2011 'ਚ ਹੋਈ ਹੈ। ਸਰਕਾਰ ਕਿਹਦੀ ਸੀ? ਸਾ ਪ੍ਰਕਾਸ਼ ਸਿੰਘ ਦੀ ਸੀ। ਜਿਨ੍ਹਾਂ ਕੋਲ ਮੈਂ ਲਈ ਹੈ ਉਹਨਾਂ ਨੇ 2004 'ਚ ਰਜਿਸਟਰੀ ਕਰਾਈ ਸੀ। ਉਦੋਂ ਸਰਕਾਰ ਕਿਹਦੀ? ਸਾ ਪ੍ਰਕਾਸ਼ ਸਿੰਘ ਦੀ ਸੀ। ਮੇਰੇ ਪ੍ਰਧਾਨ ਬਣ ਤੋਂ 2 ਸਾਲ ਬਾਅਦ ਇਹਨਾਂ ਨੂੰ ਅੱਛਾ ਅੱਜ ਵੀ ਨਹੀਂ, ਬਟ ਕੋਰਟ ਨੇ ਤਾਂ ਸਟੇ ਦੇ ਦਿੱਤਾ ਸੀ ਕਿ ਜਿਹੜਾ ਉਹਨਾਂ ਨੇ ਚੇਂਜ ਕਰਾਇਆ ਸੀਗਾ ਟਾਈਟਲ। ਕੋਰਟ ਨੇ ਸਟੇ ਦਿੱਤਾ ਹੁੰਦਾ ਤੇ ਉਹ ਰੈਵਨਿਊ ਰਿਕਾਰਡ 'ਚ ਰਿਫਲੈਕਟ ਕਿਉਂ ਨਹੀਂ ਕੀਤਾ ਜੀ? ਕੋਰਟ ਨੇ ਜੇ ਸਟੇ ਦਿੱਤਾ ਹੁੰਦਾ ਰਿਫਲੈਕਟ ਕਿਉਂ ਨਾ ਕਰਦੇ ਜੀ? ਮੈਂ ਤੇ ਓਪਨ ਆ, ਮੈਂ ਤੇ ਉਹਨਾਂ ਨੂੰ ਕਿਹਾ ਕਿ ਜੇ ਕੋਈ ਗੱਲ ਸਾਬਤ ਹੁੰਦੀ ਆਈ ਐਮ ਵਿਲਿੰਗ ਟੂ ਗਿਵ ਬੈਕ ਮਾਈ ਲੈਂਡ। ਕੋਈ ਇਸ ਕਿਸਮ ਦੀ ਗੱਲ ਨਹੀਂ। ਵਾਇਆ ਦੇ ਨਾਟ ਗੋਇੰਗ ਹੈਡ ਵਿਦ ਇਟ। ਜਿਹੜੀ ਇਨਕੁਆਇਰੀ ਬਣਾਈ ਹੈ, ਇਨਕੁਆਇਰੀ ਦੀ ਰਿਪੋਰਟ ਸਾਹਮਣੇ ਪੇਸ਼ ਕਰ। ਇਹ ਝੂਠੇ ਨੇ ਬਕਾਇਦਾ ਤੌਰ। ਅਕਾਲੀ ਦਲ ਵਾਲੇ ਆਰ ਔਨ ਦੀ ਬੈਕ ਫੁੱਟ। ਇਹਨਾਂ ਨੂੰ ਪਤਾ ਹੈ ਕਿ ਐਲੀਗੇਸ਼ਨ ਜਿਹੜਾ ਲਗਾਇਆ ਗਿਆ ਝੂਠਾ ਐਲੀਗੇਸ਼ਨ ਹੈ। ਨਹੀਂ, ਦੇ ਆਰ ਟਾਕਿੰਗ ਆਲਸੋ ਅਬਾਊਟ ਇਵੇਜਨ ਆਫ ਸਟੈਂਪ ਡਿਊਟੀ। ਤੁਸੀਂ ਮੈਨੂੰ ਦੱਸੋ, ਜਿਸ ਲੈਂਡ ਜਿਹੜੀ ਇੱਕ PLPA ਦੀ ਲੈਂਡ ਹੈ, ਪੰਜਾਬ ਲੈਂਡ ਪ੍ਰੈਜ਼ਰਵੇਸ਼ਨ ਐਕਟ ਦੀ ਜ਼ਮੀਨ ਹੋਏ, ਜਿਹੜੀ ਦਫਾ 4 ਤੇ 5 ਥੱਲੇ ਹੈ, ਜਿਹੜੀ ਐਗਰੀਕਲਚਰ ਪ੍ਰੈਕਟਿਸ ਤੋਂ ਇਲਾਵਾ ਉੱਥੇ ਹੋ ਹੀ ਕੁਝ ਨਹੀਂ ਸਕਦਾ, ਉਹਦੇ ਤੇ ਕਮਰਸ਼ੀਅਲ ਡਿਊਟੀ ਤੁਸੀਂ ਕਿਸ ਤਰ੍ਹਾਂ ਲਗਾ ਸਕਦੇ ਹੋ ਜੀ? ਤੁਸੀਂ ਮੈਨੂੰ ਦੱਸੋ, ਜਿਹੜੀ ਐਗਰੀਕਲਚਰ ਲੈਂਡ ਹੈ ਉਹਦੇ ਤੇ ਕਮਰਸ਼ੀਅਲ ਡਿਊਟੀ ਤੁਸੀਂ ਕਿਸ ਤਰ੍ਹਾਂ ਮੰਗ ਸਕਦੇ ਹੋ? ਐਂਡ ਹਾਈ ਕੋਰਟ ਹੈਜ਼ ਆਲਰੇਡੀ ਗ੍ਰਾਂਟਡ ਅਸ ਅ ਸਟੇ ਔਨ ਦੈਟ। ਇਹ ਤਾਂ ਟੋਟਲ ਝੂਠਾ। ਦੇ ਜਸਟ ਵਾਂਟਡ ਟੂ ਪੁੱਟ ਮੀ ਔਨ ਦੀ ਬੈਕ ਫੁੱਟ ਬਿਕੋਜ਼ ਆਈ ਵਾਜ਼ ਗੋਇੰਗ ਹੈਮਰਸ ਐਂਡ ਟੌਂਗਸ ਅਗੇਂਸਟ ਦਿਸ ਗਵਰਨਮੈਂਟ। ਇਹਨਾਂ ਸੋਚਿਆ ਕਿ ਇਹਨੂੰ ਥੋੜ੍ਹਾ ਜਿਹਾ ਇਹਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਹੈ, ਜਿਹਦੇ 'ਚ ਇਹ ਸਫਲ ਰਹਿਣਗੇ। ਜੋ ਸ਼ੁਰੂ ਹੋਇਆ ਸੀ ਕੈਂਪੇਨ ਕਿ NK ਸ਼ਰਮਾ ਨੂੰ ਡਿਫੇਮ ਕਰਨ ਲਈ, ਹੈਜ਼ ਇਟ ਬੂਮਰੈਂਗਡ ਔਨ ਟੂ ਯੂ? ਐਂਡ ਮੈਨੂੰ ਬੂਮਰੈਂਗ ਕਿਹੜੀ ਗੱਲੋਂ ਕੀਤਾ ਜੀ? ਬੂਮਰੈਂਗ ਤੇ ਤਾਂ ਹੁੰਦਾ ਜੇ ਕੋਈ ਗੱਲ ਸਾਬਤ ਹੋਏ। ਬੂਮਰੈਂਗ ਤੇ ਇਹਨਾਂ ਤੇ ਕੀਤੀ ਹੈ ਜੀ। ਵਾਇਆ ਦੇ ਨਾਟ। ਤੁਸੀਂ ਵੇਖੋ, ਇੱਕ ਇਹਨਾਂ ਨੇ FCR ਇਸ ਕਮੇਟੀ ਤੇ ਬਿਠਾਇਆ, ਅਜੇ ਤੱਕ ਰਿਪੋਰਟ ਕਿਉਂ ਨਹੀਂ ਦੇ ਰਹੇ? Why have they not given a report? Because they have realized that this report is going against the revenue officials, not me. ਜੇ ਮੇਰੇ ਖਿਲਾਫ ਹੈ ਤਾਂ ਰੱਖਣ। ਇਹਨਾਂ ਕੋਲ ਤਾਂ ਸਾਰੀਆਂ ਪਾਵਰਸ ਨੇ, ਤੇ ਰਜਿਸਟਰੀ ਕੈਂਸਲ ਕਰ ਸਕਦੇ ਨੇ, ਇਹ ਤੇ ਜ਼ਮੀਨ ਵਾਪਸ ਲੈ ਸਕਦੇ ਨੇ। Who has stopped them from doing this? I would welcome it. ਮੈਂ ਤਾਂ ਕਿਹਾ ਕਿ ਕਰੋ ਜੀ। ਤੁਸੀਂ ਵੇਖੋ, ਜਿਹੜੀ ਕੋਰਟ ਜਿਹਨੇ ਸਟੇਟਸ ਕੋ ਦਿੱਤਾ ਹੋਇਆ ਹੈ, ਜੇ ਉਹਨੂੰ ਉਹ ਵਾਪਸ ਸ਼ਾਮਲਾਤ ਕਰਾਰ ਦਿੰਦਾ ਹੈ, ਯੂ ਵਿਲ ਗਿਵ ਬੈਕ ਯੋਰ ਲੈਂਡ? ਓਬਵੀਅਸਲੀ ਜੀ, ਇਹ ਤਾਂ ਪੁੱਛਣ ਦੀ ਲੋੜ ਹੀ ਕੋਈ ਨਹੀਂ। ਜੇ ਕੋਈ ਇਸ ਕਿਸਮ ਦੀ ਆਨਰੇਬਲ ਹਾਈ ਕੋਰਟ ਵੱਲੋਂ ਡਿਸੀਜਨ ਆਉਂਦਾ, ਖੁਸ਼ੀ ਨਾਲ ਮੈਂ ਵਾਪਸ ਕਰਾਂਗਾ। ਅਜੇ ਮੈਂ ਬਿਕੋਜ਼ ਵੇਖੋ, ਮੈਂ ਬੋਨਾਫਾਈਡ ਬਾਇਰ ਆ। ਮੈਂ ਜਿਨ੍ਹਾਂ ਕੋਲ ਲਈ ਹੈ ਉਹਨਾਂ ਦੇ ਰਿਕਾਰਡ ਦੇ ਵਿੱਚ ਗਿਰਦਾਵਰੀਆਂ ਵੀ ਉਹਨਾਂ ਦੇ ਨਾਂ ਨੇ, ਇੰਤਕਾਲ ਵੀ ਉਹਨਾਂ ਦਾ ਨਾਂ ਹੈ। ਮੈਨੂੰ ਵੀ ਜੋ ਰਜਿਸਟਰੀ ਕੀਤੀ ਗਈ ਉਸ ਤਰ੍ਹਾਂ ਕੀਤੀ ਗਈ ਹੈ। ਨਥਿੰਗ ਹੈਜ਼ ਬੀਨ ਰਿਫਲੈਕਟਡ। ਆਈ ਐਮ ਵਿਲਿੰਗ, ਜਦੋਂ ਵੀ ਹੋਏਗਾ। ਕਾਂਗਰਸ PPP ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਦੇ ਨਾਲ ਟਾਈ ਅਪ ਕੰਸੀਡਰ ਕਰ ਰਹੀ ਹੈ? ਮੈਂ ਤਾਂ ਵੇਖੋ ਜੀ, ਮੈਂ ਇਸ ਹੱਕ 'ਚ ਆ ਕਿ ਸੈਕੂਲਰ ਜਮਾਤਾਂ ਦਾ, ਸਾਰਿਆਂ ਦਾ, ਇਹਨਾਂ ਫੰਡਾਮੈਂਟਲਿਸਟ ਪਾਰਟੀ ਦੇ ਨਾਲ, ਜੇ ਫੰਡਾਮੈਂਟਲਿਸਟ ਪਾਰਟੀਆਂ ਇਕੱਠੀਆਂ ਹੋ ਸਕਦੀਆਂ, ਅਕਾਲੀ ਦਲ ਤੇ ਭਾਜਪਾ, ਤੇ ਸਾਨੂੰ ਸੈਕੂਲਰ ਪਾਰਟੀਜ਼ ਨੂੰ ਵੀ ਇਕੱਠਿਆਂ ਹੋਣਾ ਅੱਜ ਦੀ ਲੋੜ ਹੈ। ਉਹਦੇ ਵਿੱਚ ਕਮਿਊਨਿਸਟ ਪਾਰਟੀ ਵੀ ਹੈ, ਉਹਦੇ ਵਿੱਚ ਮਨਪ੍ਰੀਤ ਹੋਣਾ ਦੀ ਪਾਰਟੀ ਵੀ ਹੈ। ਕਾਫੀ ਡਿਫਰੈਂਸ ਆਫ ਓਪੀਨੀਅਨ ਲੱਗਦਾ ਤੁਹਾਡੀ ਪਾਰਟੀ ਵਿੱਚ ਔਨ ਦੀ ਇਸ਼ੂ। ਨਹੀਂ, ਓਪੀਨੀਅਨ ਦਾ ਵਿੱਚ ਫਰਕ ਤੇ ਹਮੇਸ਼ਾ ਹੀ ਡੈਮੋਕ੍ਰੈਟਿਕ ਪਾਰਟੀ 'ਚ ਹੁੰਦਾ ਜੀ। ਕੋਈ ਹੱਕ 'ਚ, ਕੋਈ ਖਿਲਾਫ ਹੈ। ਸੋ ਇਸ ਕਿਸਮ ਦੀਆਂ ਚੀਜ਼ਾਂ ਤਾਂ ਹੁੰਦੀਆਂ ਨੇ, ਬਟ ਇਨ ਦੀ ਲਾਰਜਰ ਇੰਟਰਸਟ ਆਫ ਦੀ ਪਾਰਟੀਜ਼ ਐਂਡ ਡੈਮੋਕ੍ਰੇਸੀ ਐਂਡ ਸੈਕੂਲਰ ਫੋਰਸਿਸ, ਮੇਰਾ ਖਿਆਲ ਸਾਨੂੰ ਇਕੱਠਿਆਂ ਹੋਣਾ ਚਾਹੀਦਾ ਸਾਰਿਆਂ ਨੂੰ। ਤੇ ਜੇ ਆਮ ਆਦਮੀ ਜਿੱਦਾਂ ਦੇ ਆਰ ਸੇਇੰਗ ਕਿ ਉਹਨਾਂ ਨੇ
ਹੋਰ ਵੀ ਹਿੱਸਿਆਂ ਵਿੱਚ ਪਾਰਟਿਸਿਪੇਟ ਕਰਨਾ ਹੈ, ਹਾਂਜੀ। ਜੇ ਉਹ ਪੰਜਾਬ ਵਿੱਚ ਆਉਂਦੀ ਹੈ ਹਾਂਜੀ, ਤੇ ਡੂ ਯੂ ਥਿੰਕ ਇਟ ਵਿਲ ਹੈਵ ਐਨ ਇੰਪੈਕਟ? ਮੇਰਾ ਖਿਆਲ ਨਹੀਂ ਜੀ। ਵੋਟ ਆਈ ਫੀਲ ਇਜ਼ ਬੇਸਿਕਲੀ ਇਹਦਾ ਇੰਪੈਕਟ ਦਿੱਲੀ ਤੱਕ ਜ਼ਿਆਦਾ ਰਹਿਣਾ। ਬਾਕੀ ਮੈਟਰੋਪੋਲੀਟਨ ਸ਼ਹਿਰ ਹੈ ਨੇ ਉੱਥੇ ਥੋੜੀ ਦੇਰ ਵਾਸਤੇ, ਕਿਉਂਕਿ ਅਨਟਰਾਈਡ ਨੇ, ਹਮੇਸ਼ਾ ਅਨਟਰਾਈਡ ਚੀਜ਼ ਵੱਲ ਲੋਕ ਜ਼ਿਆਦਾ ਥੋੜੇ ਜੇ ਕਸ਼ਿਸ਼ ਹੁੰਦੀ ਹੈ, ਉਹਦੇ ਵੱਲ ਜ਼ਿਆਦਾ ਖਿੱਚੀ ਜਾਂਦੇ ਨੇ। ਮੇਰਾ ਖਿਆਲ ਇਹ ਵਨ ਟਾਈਮ ਫੀਨੋਮੀਨਾ ਬਹੁਤਾ ਲੰਬਾ ਖਿੱਚੇ ਗਏ ਕਿ ਲੋਕ ਟ੍ਰੈਡੀਸ਼ਨਲ ਪੋਲੀਟੀਸ਼ੀਅਨਾਂ ਤੋਂ ਅੱਕ ਚੁੱਕੇ ਨੇ। ਆਈ ਥਿੰਕ ਇਜ਼ਨਟ ਤੁਸੀਂ ਦੈਟ ਕੁਝ ਕਹਿ ਲਓ ਜੀ। ਪੀਪਲ ਓਬਵੀਅਸਲੀ ਵੋਟ ਆਈ ਫੀਲ ਅੱਜ ਦੇ ਜਿਹੜੇ ਪੜ੍ਹੇ ਲਿਖੇ ਲੋਕ ਨੇ, ਜਿਹੜੇ ਮਿਡਲ ਕਲਾਸ ਲੋਕ ਨੇ, ਉਹ ਚਾਹੁੰਦੇ ਨੇ ਤੇ ਗਵਰਨਮੈਂਟਸ ਮਸਟ ਪਰਫਾਰਮ। ਵੈਸੇ ਜਿਹੜੀ ਉਹ ਕੇਜਰੀਵਾਲ ਹੋਣਾ ਨੇ ਦਿੱਤੀ ਹੈ ਵਿਦ ਆਲ ਦੀ ਸਿਕਿਉਰਿਟੀਜ਼ ਐਂਡ ਪੈਰਾਫਿਨੇਲੀਆ ਜਿਹੜੇ ਹੈਗਾ, ਇਹਦਾ ਕੀ ਹੋਣਾ ਚਾਹੀਦਾ? ਵੋਟ ਆਈ ਫੀਲ ਆਈ ਡੂ ਐਗਰੀ ਵਿਦ ਹਿਮ, ਦੇਰ ਆਰ ਸਰਟਨ ਥਿੰਗਸ ਜਿਹੜੀਆਂ ਉਹਨੇ ਕਹੀਆਂ ਨੇ ਜ਼ਰੂਰ ਕਰਨਾ ਚਾਹੀਦਾ। ਸਿਕਿਉਰਿਟੀ ਦੀ ਜਿੱਥੇ ਜ਼ਰੂਰਤ ਨਹੀਂ ਹੈ ਉੱਥੇ ਜ਼ਰੂਰ ਵਾਪਸ ਲੈਣੀ ਚਾਹੀਦੀ। ਵਾਈ ਸ਼ੁੱਡ ਦ ਗਵਰਨਮੈਂਟ ਸਪੈਂਡ ਇਟਸ ਓਨ ਟੈਕਸ ਪੇਅਰਸ ਮਨੀ ਔਨ ਸਿਕਿਉਰਿਟੀ ਆਫ ਪੀਪਲ, ਜਿਨ੍ਹਾਂ ਵਾਸਤੇ ਨਿਰੀ ਇਹ ਕਾਈਂਡ ਆਫ ਇੱਕ ਕੋਈ ਜ਼ਰੂਰਤ ਤੋਂ ਬਿਨਾਂ ਹੀ ਲਈ ਫਿਰਦੇ ਨੇ ਜੀ। ਇੱਕ ਪੰਜਾਬ ਵਿੱਚ ਹੋਰ ਜਿਹੜਾ ਟ੍ਰੈਡੀਸ਼ਨਲ ਤੁਹਾਡਾ ਕਾਂਗਰਸ ਦਾ ਸਟਰੋਂਗ ਹੋਲਡ ਸੀ ਦਲਿਤ ਵੋਟਾਂ ਦਾ, ਉਹ ਬਾਰ-ਬਾਰ ਦੇਖਣ ਨੂੰ ਮਿਲ ਰਿਹਾ ਕਿ ਦੁਆਬੇ ਵਿੱਚ ਉਹ ਵੋਟ ਪਾਸੇ ਹੋ ਗਈ ਹੈ। ਤੇ ਇੱਕ ਹੋਰ ਵਿਊ ਹੈ ਕਿ ਕਾਂਗਰਸ ਨੂੰ ਬੀਐਸਪੀ ਨਾਲ ਟਾਈ ਅਪ ਜ਼ਰੂਰ ਕਰਨਾ ਚਾਹੀਦਾ ਹੈ। ਮੇਰਾ ਖਿਆਲ ਹੈ ਕਿ ਬੀਐਸਪੀ ਨਾਲ ਸਾਨੂੰ ਕੋਈ ਬਹੁਤ ਜ਼ਿਆਦਾ ਐਡਵਾਂਟੇਜ ਨਹੀਂ ਰਹੇਗਾ। ਸਾਨੂੰ ਸਗੋਂ ਦਲਿਤ ਲੀਡਰਸ਼ਿਪ, ਨਵੀਂ ਦਲਿਤ ਲੀਡਰਸ਼ਿਪ ਲਿਆਉਣ ਦੀ ਜ਼ਰੂਰਤ ਹੈ, ਜਿਹੜੀ ਜ਼ਿਆਦਾ ਜ਼ਰੂਰਤ ਹੈ। ਪੜ੍ਹੇ ਲਿਖੇ ਨੌਜਵਾਨ ਦਲਿਤ ਲੀਡਰਸ ਜ਼ਿਆਦਾ ਗਰੂਮ ਕਰਨ ਦੀ ਲੋੜ ਹੈ, ਉਹਨਾਂ ਨੂੰ ਨਵੇਂ ਸਿਰਿਓਂ ਲਿਆਉਣ ਦੀ ਲੋੜ ਹੈ ਅਤੇ ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ। ਬਹੁਜਨ ਸਮਾਜ ਨੂੰ ਜਿੰਨੀ ਵੋਟ ਪਈ, ਐਤਕੀ ਵੀ 5% ਪਈ, ਉਹਨਾਂ ਨੇ ਆਪ ਤੇ ਕਦੀ ਫਾਰਮ ਕੀਤੀ ਨਹੀਂ, ਨਾ ਕਦੀ ਕਰ ਹੀ ਸਕਦੇ ਨੇ, ਬਟ ਇਹ ਸਪੋਇਲ ਸਪੋਰਟ ਜ਼ਰੂਰ ਹੈ ਨੇ। ਬੇਸਿਕਲੀ ਐਤਕੀ ਅੱਗੇ 20-22 ਅਸੈਂਬਲੀ ਸੈਗਮੈਂਟਸ 'ਚੋਂ ਲੜਦੇ, ਐਤਕੀ 117 'ਚੋਂ ਲੜੇ ਨੇ। ਐਂਡ ਸਾਡਾ ਸਿੱਧਾ ਚਾਰਜ ਹੈ ਕਿ ਇਹ ਸੁਖਬੀਰ ਸਿੰਘ ਬਾਦਲ ਦੇ ਮਦਦ ਦੇ ਨਾਲ ਇਹ ਇਲੈਕਸ਼ਨ 117 ਹਲਕਿਆਂ 'ਚੋਂ ਲੜੇ ਨੇ। ਉੱਥੇ ਜਿੱਥੇ ਵੀ ਉਹਨਾਂ ਨੂੰ 2-2, 3-3 ਹਜ਼ਾਰ ਵੋਟ ਲੈ ਕੇ ਗਏ ਨੇ, ਉਹ ਸਾਡੀ ਵੋਟ ਤੋੜਨ 'ਚ ਕਾਮਯਾਬ ਹੋਏ ਨੇ। ਅਸੀਂ 10 MLAs ਤੇ ਸਾਡੇ ਇਹੋ ਜਿਹੇ ਨੇ ਜਿਹੜੇ 1000 ਵੋਟ ਤੋਂ ਘੱਟ 'ਤੇ ਹਾਰੇ ਨੇ। ਸੋ ਇਹ ਗੱਲ ਤੁਹਾਡੀ ਠੀਕ ਹੈ। ਵੀ ਵਿਲ ਹੈਵ ਟੂ ਬੇਸਿਕਲੀ ਗੋ ਟੂ ਥੀਸ ਦਲਿਤ ਸੈਕਸ਼ਨਸ ਐਂਡ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਸਾਨੂੰ ਕਿ ਤੁਹਾਡਾ ਵੋਟ ਜਿਹੜਾ ਤੁਸੀਂ ਬਹੁਜਨ ਸਮਾਜ ਨੂੰ ਪਾ ਰਹੇ ਹੋ, ਇਹ ਬੇਸਿਕਲੀ ਡਾਇਰੈਕਟ ਮਦਦ ਜਿਹੜੀ ਹੈ ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਤੇ ਬੀਜੇਪੀ ਦੀ ਮਦਦ ਹੋ ਰਹੀ ਹੈ। ਇਟ ਇਜ਼ ਬੈਟਰ ਕਿ ਤੁਸੀਂ ਜਿਹੜੀ ਤੁਹਾਡੀ ਟ੍ਰੈਡੀਸ਼ਨਲ ਜਮਾਤ ਹੈ ਕਾਂਗਰਸ ਜਿਹੜੀ ਹੈ, ਉਹਦੇ ਨਾਲ ਹੀ ਤੁਸੀਂ ਚੱਲੋ, ਕਿਉਂਕਿ ਸਾਰਿਆਂ ਨੂੰ ਬੈਸਟ ਇੰਟਰਸਟ ਕਾਂਗਰਸ ਹੀ ਤੁਹਾਡਾ ਪਹਿਲੇ ਵੀ ਰੱਖਦੀ ਆਈ ਹੈ ਤੇ ਆਉਣ ਦੇ ਫਿਊਚਰ ਵਿੱਚ ਵੀ ਇਹੀ ਰੱਖਣਗੇ। ਜਿਹੜੀ ਲੋਕ ਸਭਾ ਇਲੈਕਸ਼ਨਸ ਆ ਰਹੀਆਂ, ਡੂ ਯੂ ਥਿੰਕ ਕਿ ਤੁਹਾਨੂੰ ਕੋਈ ਕੈਂਡੀਡੇਟਸ ਬਦਲਣ ਦੀ ਲੋੜ ਪੈਣੀ ਹੈ ਐਤਕੀ? ਕੈਂਡੀਡੇਟਸ ਬਦਲਣ ਦੀ ਵੀ ਲੋੜ ਪਏਗੀ, ਕੋਈ ਰੀਜੈਕਟ ਕਰਨ ਦੀ ਵੀ ਲੋੜ ਪਏਗੀ। ਹੋ ਸਕਦਾ ਕਿ ਕਿਸੇ ਨੂੰ, ਜਿਹਨੂੰ ਅਸੀਂ ਪਹਿਲੇ ਇੱਕ ਜਗ੍ਹਾ ਤੋਂ ਲੜਾਇਆ ਸੀ, ਦੂਜੀ ਜਗ੍ਹਾ ਲੜਾਉਣਾ ਪਏ, ਕਿਉਂਕਿ ਐਂਟੀ ਇਨਕੰਬੈਂਸੀ ਕੈਂਡੀਡੇਟਸ ਦੇ ਖਿਲਾਫ ਜ਼ਰੂਰ ਹੈ, ਪਰਟੀਕੂਲਰ ਕੈਂਡੀਡੇਟਸ ਦੇ ਖਿਲਾਫ ਬਣ ਜਾਂਦੀ ਹੈ, ਕਿਉਂਕਿ ਨੈਸ਼ਨਲ ਗਵਰਨਮੈਂਟ ਕੋ ਜਿਸ ਵੱਡੇ ਪੈਮਾਨੇ 'ਤੇ ਉਹਨਾਂ ਨੂੰ ਕੰਮ ਕਰਵਾਉਣੇ ਚਾਹੀਦੇ ਸੀ, ਉਹਨਾਂ ਦੀ ਕੋਸ਼ਿਸ਼ ਹੋਣ ਦੇ ਬਾਵਜੂਦ ਵੀ ਉੱਤੋਂ ਕੰਮ ਉਸ ਢੰਗ 'ਚ ਕਈਆਂ ਦੇ ਨਹੀਂ ਹੋ ਸਕੇ। ਦੂਸਰੀ ਗੱਲ ਹੈ ਕਿਉਂਕਿ ਥੱਲੇ ਸਾਡੀ ਸਰਕਾਰ ਨਹੀਂ ਸੀ, ਉੱਥੋਂ ਵੀ ਸਾਨੂੰ ਕੋਈ ਬਹੁਤੀ ਮਦਦ ਨਹੀਂ ਮਿਲ ਸਕੀ। ਸੋ ਇਹ ਚੀਜ਼ ਡੈਫੀਨਿਟਲੀ ਹੈ, ਮੇਰਾ ਖਿਆਲ ਕਾਫੀ ਜਗ੍ਹਾ 'ਤੇ ਰੀਲੁੱਕ ਕਰਨਾ ਪਏਗਾ ਇਹਦੇ ਪ੍ਰਤੀ। ਤੁਸੀਂ ਲੜੋਗੇ ਗੁਰਦਾਸਪੁਰ ਤੋਂ? ਪਾਰਟੀ ਹਾਈ ਕਮਾਂਡ ਕਹੇਗੀ ਜ਼ਰੂਰ ਲੜਾਂਗੇ। ਯੂ ਆਰ ਆਲ ਸੈਟ? ਹਾਂ ਬਿਲਕੁਲ। ਜੇ ਤੁਸੀਂ ਨਹੀਂ ਲੜੋਗੇ ਤੇ ਹੋਰ ਕੋਈ ਕੈਂਡੀਡੇਟ ਤੁਸੀਂ, ਤੁਹਾਡੀ ਪ੍ਰੈਫਰੈਂਸ? ਨਹੀਂ, ਅਜੇ ਕੋਈ ਨਹੀਂ ਜੀ, ਅਜੇ ਤੇ ਮੈਂ ਆਪ ਹੀ ਤਿਆਰ ਹਾਂ। ਇੱਕ ਤੁਹਾਡੀ ਲਿਸਟ ਆਫ ਆਫਿਸ ਬੇਅਰਰਸ ਬੜੀ ਦੇਰ ਦੀ ਨਹੀਂ ਆਈ, ਔਰ ਉਹ ਹਰ ਵਾਰੀ ਤੁਹਾਨੂੰ ਲੱਗਦਾ ਹੈ ਕਿ ਹਫਤੇ ਬਾਅਦ ਜਾਂ 10 ਦਿਨ ਬਾਅਦ ਆ ਜਾਊਗੀ, ਬਟ ਅਜੇ ਤੱਕ ਕਾਫੀ ਦੇਰ ਹੋ ਗਈ ਕਿ ਆਫਿਸ ਬੇਅਰਰਸ ਦੀ ਲਿਸਟ ਨਹੀਂ ਆਈ। ਆਉਂਦੇ ਚੰਦ ਦਿਨਾਂ ਦੇ ਵਿੱਚ ਆਉਣ ਵਾਲੀ ਹੈ। ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੈ ਨੇ ਜੀ, ਜਿਹਦੇ ਵਿੱਚ ਅਸੀਂ ਹਰ ਸੈਕਸ਼ਨ ਦੇ ਲੋਕਾਂ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹਾਂ। ਕੁਝ ਪਾਰਟੀ ਦੀਆਂ ਵੀ ਹਾਈ ਕਮਾਂਡ ਵੱਲੋਂ ਵੀ ਕੋਈ ਚੀਜ਼ਾਂ ਹੁੰਦੀਆਂ ਨੇ, ਉਹ ਸਾਨੂੰ ਕਹਿੰਦੇ ਨੇ ਕਿ ਆਹ ਸੈਕਸ਼ਨ ਨਜ਼ਰਅੰਦਾਜ਼ ਹੋ ਗਿਆ, ਜਾਂ ਇਹ ਵੀ ਤੁਸੀਂ ਨਵੇਂ ਸਿਰੋਂ ਇਹਨਾਂ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਸੋ ਚੀਜ਼ ਨੂੰ ਕੰਪਾਈਲ ਕਰਦੇ ਥੋੜ੍ਹਾ ਬਹੁਤਾ ਟਾਈਮ ਜ਼ਰੂਰ ਲੱਗਿਆ। ਕਾਫੀ ਟਾਈਮ ਲੱਗ ਗਿਆ ਕਿ ਟਾਈਮ ਹੈ ਕਿ ਕਸ਼ਮਕਸ਼ ਚੱਲਦੀ ਪਈ ਹੈ ਉੱਥੇ ਬੰਦਿਆਂ ਦੀ? ਨਹੀਂ, ਕੋਈ ਕਸ਼ਮਕਸ਼ ਨਹੀਂ। ਦੇ ਹੈਵ ਗਿਵਨ ਮੀ ਅ ਫ੍ਰੀ ਹੈਂਡ ਤੇ ਆਉਂਦੇ 5-4 ਦਿਨਾਂ 'ਚ ਲਿਸਟ ਆਏਗੀ। ਇੱਕ 1984 ਦਾ ਐਂਟੀ ਸਿੱਖ ਰਾਈਟ ਕਾਂਗਰਸ 'ਤੇ ਬਹੁਤ ਵੱਡਾ ਧੱਬਾ ਲੱਗਿਆ ਹੋਇਆ, ਔਰ ਉਹ ਇਸ ਟਾਈਮ ਬਹੁਤ ਲੋਕਾਂ ਵਿੱਚ ਕਾਫੀ ਰੰਜਿਸ਼ ਹੈ ਕਿ ਜਸਟਿਸ ਨਹੀਂ ਮਿਲਿਆ, ਕਿਉਂਕਿ ਹਰ ਸਾਲ ਜਦੋਂ ਜਿੱਦਾਂ ਟਾਈਮ ਵੱਧਦਾ ਹੈ ਉਹ ਰੰਜਿਸ਼ ਵਧੀ ਜਾਂਦੀ ਹੈ। ਤੁਸੀਂ ਇਲੈਕਸ਼ਨਾਂ ਵਿੱਚ ਕਿੱਦਾਂ ਇਹ ਮੁੱਦੇ ਨੂੰ ਡੀਲ ਕਰੋਗੇ? ਮੈਂ 100% ਇਸ ਗੱਲ ਦੇ ਹੱਕ 'ਚ ਹਾਂ ਕਿ ਜਿਹੜੇ ਵੀ ਆਦਮੀ ਦੋਸ਼ੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹਰ ਹਾਲਤ 'ਚ ਹੋਣੀ ਚਾਹੀਦੀ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਹਿੰਦੁਸਤਾਨ ਦਾ ਨਾਂ ਹੈ ਕਿ ਇਸ ਦੇਸ਼ ਦੇ ਵਿੱਚ ਹਰ ਆਦਮੀ ਨੂੰ, ਹਰ ਕੌਮ ਨੂੰ
ਬਕਾਇਦਾ ਤੌਰ ਜਸਟਿਸ ਮਿਲਦੀ ਆਈ ਹੈ 67 ਸਾਲਾਂ 'ਚ, ਤੇ ਜ਼ਰੂਰ ਹੋਣੀ ਚਾਹੀਦੀ। ਬਟ ਇਹ ਕੇਸਿਸ ਹੁਣ ਕਚਹਿਰੀਆਂ ਦੇ ਵਿੱਚ ਨੇ, ਕੋਰਟਸ ਦੇ ਵਿੱਚ ਨੇ। ਕੋਰਟਸ ਕਿਸੇ ਨੂੰ ਸਜ਼ਾ ਦੇਣ ਜਾਂ ਨਾ ਦੇਣ, ਇਹ ਕਚਹਿਰੀ ਦਾ ਫੈਸਲਾ, ਕਿਸੇ ਪੋਲੀਟੀਕਲ ਪਾਰਟੀ ਦੇ ਹੱਥ 'ਚ ਨਹੀਂ ਰਹਿ ਗਿਆ। 29 ਸਾਲ ਹੋ ਗਏ ਨੇ, 29 ਸਾਲ। ਨਹੀਂ, ਮੈਂ ਉਹੀ ਤੁਹਾਨੂੰ ਕਹਿਣਾ ਚਾਹੁੰਦਾ, ਇਹ ਹੁਣ ਕਚਹਿਰੀਆਂ ਨੇ ਇਹਦਾ ਜਵਾਬ ਦੇਣਾ ਨਾ ਜੀ। ਇਹਦੇ ਵਿੱਚੋਂ 7 ਸਾਲ ਵਾਜਪਾਈ ਸਾਹਿਬ ਦੀ NDA ਗਵਰਨਮੈਂਟ ਵੀ ਰਹੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਭਾਈਵਾਲ ਸਨ ਇਹਦੇ ਵਿੱਚ, ਇਹਨਾਂ ਦਾ ਬੇਟਾ ਸਰਦਾਰ ਸੁਖਬੀਰ ਸਿੰਘ ਬਾਦਲ ਖੁਦ ਉੱਥੇ ਮਿਨਿਸਟਰ ਸਨ ਸਟੇਟ ਦੇ, ਸਰਦਾਰ ਸੁਰਜੀਤ ਸਿੰਘ ਬਰਨਾਲਾ ਜੀ ਵੀ ਮਿਨਿਸਟਰ ਸਨ। ਇਹ ਤਾਂ ਇੱਕ ਐਲਬਾਈ ਹੈ ਨਾ, ਇਹ ਤਾਂ ਐਲਬਾਈ ਨਹੀਂ ਹੈ। ਮੈਂ ਐਲਬਾਈ ਨਹੀਂ ਕਹਿ ਰਿਹਾ, ਮੈਂ ਇਹ ਗੱਲ ਕਹਿ ਰਿਹਾ 6 ਸਾਲ ਕੋਈ ਥੋੜੇ ਨਹੀਂ ਹੁੰਦੇ। ਇਹਨਾਂ ਨੂੰ ਕਿੰਨੇ ਸਟਾਪ ਕੀਤਾ ਉਹਨਾਂ ਲੋਕਾਂ ਨੂੰ, ਅਸੀਂ ਇਹੀ ਗੱਲ ਕਹਿ ਰਹੇ ਹਾਂ। ਤੁਹਾਨੂੰ ਕਦੀ ਕਾਂਗਰਸ ਨੂੰ ਕਿਉਂ ਰੋਕਿਆ ਕਿਸੇ ਨੇ? ਅਸੀਂ ਕਦੋਂ, ਇਹ ਕਾਂਗਰਸ ਦੇ ਹੱਥ 'ਚ ਨਹੀਂ ਨਾ ਜੀ, ਇਹ ਕਚਹਿਰੀਆਂ ਦੇ ਹੱਥ। ਉਹੀ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਨਹੀਂ ਚਾਹੁੰਦਾ ਕਿ ਜੇ ਇਹਨਾਂ ਨੂੰ ਕਿਸੇ ਨੇ ਨਹੀਂ ਰੋਕਿਆ, ਸੇਮ ਐਜ਼ ਦ ਦੇਅਰ, ਜੇ ਨਹੀਂ ਸੀ ਉਹਦਾ ਮਤਲਬ ਕਚਹਿਰੀਆਂ ਦੇ ਹੱਥ ਸੀ, ਇਹਨਾਂ ਦੇ ਹੱਥ ਵਸ ਵੀ ਨਹੀਂ ਸੀ। ਉਹੀ ਗੱਲ ਅਸੀਂ ਮੈਂ ਕਹਿ ਰਹੇ ਹਾਂ ਕਿ ਸਾਡੇ ਵੱਲੋਂ ਕਿਸੇ ਗੱਲੋਂ ਉਹਨਾਂ ਦਾ ਕੋਈ ਸਾਥ ਨਹੀਂ ਕੋਈ ਦੇ ਰਿਹਾ। ਵੀ ਆਲਸੋ ਵਾਂਟ ਕਿ ਜਿਹੜੇ ਵੀ ਆਦਮੀ ਦੋਸ਼ੀ ਹੈ ਨੇ ਉਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਬਕਾਇਦਾ ਤੌਰ ਕਚਹਿਰੀਆਂ ਨੂੰ ਫੈਸਲਾ ਕਰਨਾ ਚਾਹੀਦਾ। ਇਹ ਕੁਐਸਚਨ ਮਾਰਕ ਜਿਹੜਾ ਹੈ, ਇਹ ਕਚਹਿਰੀਆਂ ਦੀ ਜਿਹੜੀ ਇਹ ਕਾਰਵਾਈ ਉਹਦੇ ਤੇ ਹੈ ਜੀ। ਪੰਜਾਬ ਵਿੱਚ ਹੁਣੀ ਅਕਾਲੀ ਸਰਕਾਰ ਨੇ, ਮੌਜੂਦਾ ਸਰਕਾਰ ਨੇ ਇੱਕ ਪ੍ਰੋਗਰੈਸਿਵ ਪੰਜਾਬ ਸਮਿਟ ਕੀਤੀ ਹੈ, ਤੁਸੀਂ ਉਹਦੇ ਬਾਰੇ ਕਾਫੀ ਉਹਨੂੰ ਕ੍ਰਿਟਿਸਾਈਜ਼ ਕੀਤਾ ਹੈ, ਬਟ ਤੁਹਾਨੂੰ ਨਹੀਂ ਲੱਗਦਾ ਸੀ ਕਿ ਤੁਹਾਨੂੰ ਵੈਲਕਮ ਕਰਨੇ ਚਾਹੀਦੇ ਸੀ ਡੈਲੀਗੇਟਸ ਐਂਡ ਮੈਰਿਟ ਤੇ ਕ੍ਰਿਟਿਸਾਈਜ਼ ਕਰਨਾ ਚਾਹੀਦਾ ਸੀ ਦੈਨ ਜਸਟ ਰੈਂਡਮ ਕ੍ਰਿਟਿਸਿਜ਼ਮ? ਮੇਰੇ ਵੱਲੋਂ ਤਾਂ ਕੋਈ ਕ੍ਰਿਟਿਸਿਜ਼ਮ ਨਹੀਂ ਹੋਈ ਜੀ। ਤੁਸੀਂ ਬਿਲਕੁਲ ਕਿਹਾ ਕਿ ਸਭ ਝੂਠ ਹੈ। ਨਹੀਂ, ਉਹ ਤਾਂ ਮੇਰਾ ਅਜੇ ਵੀ ਮੰਨਣਾ ਹੈ। ਅਸੀਂ, ਮੇਰੇ ਵੱਲੋਂ ਕੋਈ ਇੱਕ ਬਿਆਨ ਵਿਖਾ ਦਿਓ ਜਿਹੜਾ ਮੈਂ ਕ੍ਰਿਟਿਸਾਈਜ਼ ਐਜ਼ ਅ ਪਾਰਟੀ ਪ੍ਰੈਜ਼ੀਡੈਂਟ ਕੀਤਾ, ਕਿਸੇ ਹੋਰ ਕਾਂਗਰਸ ਲੀਡਰ ਨੇ ਕੀਤਾ ਤਾਂ ਮੈਂ ਕਹਿ ਨਹੀਂ ਸਕਦਾ। ਮੈਂ ਇਸ ਗੱਲ ਕਾਰਨ ਨਹੀਂ ਕੀਤਾ, ਮੇਰਾ ਵੀ ਮੰਨਣਾ ਹੈ ਕਿ ਟੋਟਲ ਫਰਾਡ ਹੈ, ਟੋਟਲ ਝੂਠ ਹੈ। ਸੁਖਬੀਰ ਸਿੰਘ ਬਾਦਲ ਨੂੰ ਜਾਂਚ ਆ ਗਈ ਹੈ ਆਪਣੇ ਆਪ ਨੂੰ ਝੂਠਿਆਂ ਸੈੱਲ ਕਰਨ ਦੀ, ਪਰਫਾਰਮੈਂਸ ਹੈ ਕੋਈ ਨਹੀਂ। ਬਿਫੋਰ ਦੀ ਪਾਰਲੀਮੈਂਟ ਇੱਕ ਮਾਹੌਲ ਬਣਾਉਣਾ ਚਾਹੁੰਦੇ ਨੇ। ਤੁਸੀਂ ਇਹ ਮੈਨੂੰ ਦੱਸੋ, ਆ ਜਿਹੜੇ ਇਹਨਾਂ ਵਿਖਾਇਆ ਕਿ ਇੱਥੇ ਰਿਲਾਇੰਸ ਦੇ ਚੇਅਰਮੈਨ ਆਏ ਨੇ ਮਿਸਟਰ ਮੁਕੇਸ਼ ਅੰਬਾਨੀ, 2500 ਕਰੋੜ ਦੀ ਇਨਵੈਸਟਮੈਂਟ ਲੈ ਕੇ। ਇੱਕ ਰਿਲਾਇੰਸ ਗਰੁੱਪ 2500 ਕਰੋੜ ਦੀ ਤਾਂ ਪਹਿਲੀ ਗੱਲ ਬਹੁਤ ਛੋਟੀ ਇਨਵੈਸਟਮੈਂਟ। ਨੰਬਰ 2, ਔਨ ਗਰਾਊਂਡ ਕੁਝ ਵੀ ਨਹੀਂ ਹੈ। ਉਹ ਤੇ ਜਿਹੜੀ 4G ਦਾ ਉਹਨਾਂ ਕੋਲ ਇੱਕ ਠੇਕਾ ਹੈ ਸਾਰੇ ਦੇਸ਼ ਦੇ ਵਿੱਚ, ਜਿਹੜਾ ਅਗਲੇ ਸਾਲ ਤੱਕ ਉਹਨਾਂ ਲਾਂਚ ਕਰਨਾ, 1,20,000 ਕਰੋੜ ਰੁਪਏ ਦਾ। ਇਹ ਉਹਦੇ ਵਿੱਚੋਂ 2500 ਕਰੋੜ ਰੁਪਏ ਪੰਜਾਬ ਦੇ ਹਿੱਸੇ ਆ। ਸਾਰੇ ਹਿੰਦੁਸਤਾਨ 'ਚ ਫਾਈਬਰ ਜਿਹੜੀ ਥੱਲੇ ਨੈਟਵਰਕ ਵਿਛਾਣਾ ਇਹਨਾਂ ਨੇ, ਇਹ ਉਹ ਨੈਟਵਰਕ ਵਿਛਾਣ ਦੇ 4,000 ਕਰੋੜ 2,500 ਕਰੋੜ ਦੀਆਂ ਤਾਰਾਂ ਥੱਲੇ ਵਿਛਾਣੀਆਂ ਨੇ, ਇਹ ਉਹਦਾ ਨੈਟਵਰਕ ਹੈ ਜੀ। ਕੋਈ ਮੈਨੂਫੈਕਚਰਿੰਗ ਯੂਨਿਟ ਨਹੀਂ ਆਇਆ। ਇਹਨਾਂ ਨੇ ਮਹਿੰਦਰਾ ਨੂੰ ਕਿਹਾ 500 ਕਰੋੜ ਰੁਪਇਆ ਆ ਜਿਹੜਾ ਨਵਾਂ ਨਿਊ ਚੰਡੀਗੜ੍ਹ ਜਿਹਦਾ ਇਹਨਾਂ ਨਾਂ ਰੱਖਿਆ, ਉਹਦੇ ਵਿੱਚ ਯੂਨੀਵਰਸਿਟੀ ਬਣਾਉਣਗੇ। ਮਹਿੰਦਰਾ ਗਰੁੱਪ ਨੂੰ ਅੱਜ ਤੋਂ 5-7 ਸਾਲ ਪਹਿਲੇ ਬਾਦਲ ਸਾਹਿਬ ਦੀ ਗਵਰਨਮੈਂਟ ਨੇ 15 ਏਕੜ ਜਗ੍ਹਾ ਮੁਹਾਲੀ 'ਚ ਦਿੱਤੀ ਸੀ IT ਇੰਡਸਟਰੀ ਇਸਟੈਬਲਿਸ਼ ਕਰਨ ਵਾਸਤੇ। ਉਸ ਟਾਈਮ ਬਹੁਤ ਸਸਤੇ ਰੇਟ ਤੇ ਜ਼ਮੀਨ ਦਿੱਤੀ ਤੇ ਮਹਿੰਦਰਾ ਦੇ ਚੇਅਰਮੈਨ ਕੇਸ਼ਵ ਮਹਿੰਦਰਾ ਜੀ ਨੇ ਇੱਥੇ ਵਿਸ਼ਵਾਸ ਦਿਵਾਇਆ ਕਿ 15,000 ਤੋਂ 60,000 ਪੰਜਾਬੀ ਜਿਹੜਾ IT ਇੰਡਸਟਰੀ ਦੇ ਵਿੱਚ ਅਸੀਂ ਇੱਥੇ ਨੌਕਰੀਆਂ ਦੇਵਾਂਗੇ। ਉੱਥੇ ਇੱਕ ਕਮਰਾ ਤੱਕ ਨਹੀਂ ਅਜੇ ਤੱਕ ਬਣਿਆ ਜੀ। ਬਟ ਪਾਵਰ ਸਰਪਲਸ ਦਾ ਜਿਹੜਾ ਕਲੇਮ ਕਰਦੇ ਸੀਗੇ, ਹੁਣ ਇਹਨਾਂ ਨੇ ਇਨੋਗਰੇਸ਼ਨ ਕੀਤੀ ਹੈ ਮੈਂ ਦੋ ਤਾਂ ਚੀਜ਼ਾਂ ਦੱਸਣਾ ਥਰਮਲ ਪਲਾਂਟਸ ਦੀਆਂ। 14,000 ਮੈਗਾਵਾਟ ਬਿਜਲੀ ਚਾਹੀਦੀ ਹੈ ਗਰਮੀਆਂ ਦੇ ਵਿੱਚ। ਪੀਕ ਲੋਡ ਗਰਮੀਆਂ 'ਚ ਹੁੰਦਾ, ਸਰਦੀਆਂ 'ਚ ਨਹੀਂ ਹੁੰਦਾ। ਸਰਦੀਆਂ ਦੇ ਵਿੱਚ ਸਾਡਾ ਲੋਡ ਘਟ ਕੇ 50% ਰਹਿ ਜਾਂਦਾ। ਇੱਕ ਅਜੇ ਤੱਕ ਪਿੰਡਾਂ ਦੇ ਵਿੱਚ ਤੁਸੀਂ ਕਿਸੇ ਨੂੰ ਪਤਾ ਕਰੋ, ਤੀਸਰੇ ਦਿਨ ਤੁਸੀਂ ਵੀ ਜ਼ਿੰਮੇਦਾਰ ਹੋ, 4 ਘੰਟੇ ਬਿਜਲੀ ਆ ਰਹੀ ਹੈ ਤੀਸਰੇ ਦਿਨ। ਜੇ ਸਰਪਲਸ ਹੈ ਤਾਂ ਜ਼ਿੰਮੇਦਾਰਾਂ ਨੂੰ 24 ਘੰਟੇ ਕਿਉਂ ਨਹੀਂ ਮਿਲ ਰਹੀ? ਨੰਬਰ 1। ਨੰਬਰ 2, ਟੋਟਲ ਫਰਾਡ ਹੈ। ਜਿਹੜਾ ਰਾਜਪੁਰੇ ਇਹਨਾਂ ਨੇ ਇੱਕ ਯੂਨਿਟ ਚਲਾਇਆ, ਇਹਨਾਂ ਨੇ ਫਰਨੈਸ ਆਇਲ ਵਰਤ ਕੇ ਇੱਕ ਦਿਨ ਵਾਸਤੇ ਚਿਮਨੀ 'ਚੋਂ ਕਾਲਾ ਧੂੰਆਂ ਕੱਢਿਆ। ਤੁਸੀਂ ਅੱਜ ਮੇਰੇ ਨਾਲ ਚੱਲ ਕੇ ਵੇਖੋ, ਰਾਜਪੁਰੇ ਦਾ ਪਲਾਂਟ ਬੰਦ ਪਿਆ। ਨਾ ਉਹਨਾਂ ਨੂੰ ਰੇਲ ਲਿੰਕੇजेस ਮਿਲੀਆਂ ਨੇ, ਨਾ ਕੋਲ ਲਿੰਕੇजेस ਮਿਲੀ ਹੈ। ਸਿਮਿਲਰ ਇਜ਼ ਦੀ ਸਿਚੁਏਸ਼ਨ ਇਨ ਤਲਵੰਡੀ ਸਾਬੋ। ਬਟ ਜਿਹੜਾ ਕਾਂਗਰਸ ਦਾ ਸਾਰਾ ਪੋਲੀਟੀਕਲ ਮਾਡਲ ਇਸ ਟਾਈਮ ਹੈਗਾ ਪੰਜਾਬ ਵਿੱਚ, ਇੱਕ ਕ੍ਰਿਟੀਕ ਤੇ ਬਿਲਡ ਹੈ। ਬਟ ਓਬਵੀਅਸਲੀ ਜੇ ਤੁਸੀਂ ਕ੍ਰਿਟਿਸਾਈਜ਼ ਕਰ ਰਹੇ ਹੋ, ਤੁਹਾਡੀ ਇੱਕ ਆਪਣੀ ਵਿਜ਼ਨ ਹੋਏਗੀ ਪੰਜਾਬ ਦੀ। ਸਾਡੀ ਵਿਜ਼ਨ ਸੀ 2002 ਤੋਂ 2007 ਦੇ ਵਿੱਚ ਸਾਡੀ ਗਵਰਨਮੈਂਟ ਸੀ। ਪੰਜਾਬ ਜਿਹੜਾ ਇਟਸ ਐਗਰੋ ਬੇਸਡ ਸਟੇਟ, ਸਾਨੂੰ ਵੀ ਵਿਲ ਹੈਵ ਟੂ ਬ੍ਰਿੰਗ ਇਨ ਅ ਸੈਕੰਡ ਗ੍ਰੀਨ ਰੈਵੋਲੂਸ਼ਨ ਇਨ ਦ ਕੰਟਰੀ ਵਿਚ ਇਜ਼ ਐਗਰੋ ਬੇਸਡ। ਡਿਵਰਸੀਫਿਕੇਸ਼ਨ ਦੀ ਲੋੜ ਹੈ ਸਾਨੂੰ, ਕਣਕ ਤੋਂ ਤੇ ਝੋਨੇ ਤੋਂ ਵੱਖ ਜਾਣ ਦੀ ਲੋੜ ਹੈ। 5,000 ਕਰੋੜ ਰੁਪਈਆ ਉਸ ਟਾਈਮ ਪ੍ਰਾਈਮ ਮਿਨਿਸਟਰ ਜੀ ਦੇ ਕਹਿਣ ਤੇ ਮਨਮੋਹਨ ਸਿੰਘ ਹੋਣਾ ਨੇ ਇਹਨਾਂ ਨੂੰ, ਮੁਕੇਸ਼ ਅੰਬਾਨੀ ਨੂੰ ਘੱਲਿਆ ਕਿ ਤੁਸੀਂ ਪੰਜਾਬ ਦੇ ਵਿੱਚ ਫਰੋਮ ਫੀਲਡ ਟੂ ਫੋਕ
ਤੁਹਾਨੂੰ ਪਤਾ ਹੈ ਪ੍ਰੋਗਰਾਮ ਬਣਿਆ ਕਿ ਤੁਸੀਂ ਉੱਥੇ ਹਾਰਟੀਕਲਚਰ ਲੈ ਕੇ ਆਓ, ਫਲੋਰੀਕਲਚਰ ਲੈ ਕੇ ਆਓ, ਨਵੀਂ ਉੱਥੇ ਵੈਜੀਟੇਬਲਸ ਤੇ ਤੁਸੀਂ ਇਸ ਤੋਂ ਕੱਢ ਕੇ ਵੈਜੀਟੇਬਲਸ ਨਵੀਆਂ ਉਗਾਓ, ਫਰੂਟਸ ਨਵੇਂ ਉਗਾਓ। ਜਦੋਂ ਇਹ ਕੰਮ ਸ਼ੁਰੂ ਕੀਤਾ ਅਕਾਲੀ ਦਲ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸਾਡੇ ਵੇਲੇ ਤੁਸੀਂ ਵੇਖੋ ਸਾਰੇ ਪੰਜਾਬ ਦੇ ਵਿੱਚ ਜ਼ਮੀਨਾਂ ਦੀਆਂ ਕੀਮਤਾਂ ਕਿੱਥੇ ਸੀ, ਸ਼ਹਿਰਾਂ 'ਚ ਕੀਮਤਾਂ ਕਿੰਨੇ ਸੀ। ਤਕਰੀਬਨ 70-80 ਹਜ਼ਾਰ ਕਰੋੜ ਦੀ ਨਵੀਂ ਇੰਡਸਟਰੀ ਇੱਥੇ ਆ ਰਹੀ ਸੀ। ਅਕਾਲੀ ਦਲ ਦੇ ਆਉਣ ਦੇ ਨਾਲ ਹੀ ਕੰਪਲੀਟ ਫੇਲੀਅਰ ਹੋ ਗਿਆ, ਨਾ ਕੋਈ ਇੰਡਸਟਰੀ ਆਈ, ਹਾਊਸਿੰਗ ਪ੍ਰੋਜੈਕਟ ਸਾਰੇ ਬੰਦ ਨੇ। ਕੋਈ ਇੱਥੇ ਜ਼ਮੀਨਾਂ ਦਾ ਰੇਟ ਹੁਣ ਤੁਸੀਂ ਸ਼ਹਿਰਾਂ ਵਿੱਚ ਵੇਖੋ ਅੱਜ ਕੰਪਲੀਟ ਖਤਮ ਹੋ ਚੁੱਕਿਆ। ਸਟੈਂਪ ਡਿਊਟੀਜ਼ ਅੱਗੇ ਨੂੰ ਚੌਥਾ ਹਿੱਸਾ ਰਹਿ ਗਈਆਂ ਨੇ। ਤੁਹਾਡੀ ਪਰਸਨਲ ਵਿਜ਼ਨ ਕੀ ਹੈ? ਵਾਟ ਡੂ ਯੂ ਥਿੰਕ? ਮਤਲਬ ਆਫਟਰ ਆਲ 2013-14 ਹੁਣ ਟਾਈਮ ਬਹੁਤ ਛੇਤੀ ਬਦਲਦਾ ਹੈ। ਮੇਰੀ ਪਰਸਨਲ ਵਿਜ਼ਨ ਇਹ ਹੈ ਕਿ ਪੰਜਾਬ ਨੂੰ ਤੁਸੀਂ ਐਗਜ਼ਿਸਟਿੰਗ ਇੰਡਸਟਰੀ ਜਿਹੜੀ ਹੈ ਸਮਾਲ ਸਕੇਲ ਤੇ ਮੀਡੀਅਮ ਸਕੇਲ ਇਹਨੂੰ ਬੈਨੀਫਿਟ ਦਿਓ। ਇਹਨੂੰ ਇੱਥੇ ਜਿੰਨਾ ਵੀ ਮੈਕਸਿਮਮ ਬੈਨੀਫਿਟਸ ਦੇ ਸਕਦੇ ਹੋ ਦੇ ਕੇ ਰੱਖੋ। ਦੂਸਰੀ ਗੱਲ ਹੈ ਸਾਨੂੰ ਦੂਸਰੀ ਹਰੀ ਕ੍ਰਾਂਤੀ ਲੈ ਕੇ ਆਣੀ ਪੈਗੀ ਪੰਜਾਬ ਦਾ। ਜੇ ਕੋਈ ਆਉਂਦੇ ਟਾਈਮ ਦੇ ਵਿੱਚ ਜੇ ਸਾਡੇ ਜ਼ਿਮੀਂਦਾਰ ਨੂੰ ਜਿੰਨਾ ਚਿਰ ਬਚਾਇਆ ਨਹੀਂ ਜਾ ਸਕਦਾ, ਜਿੰਨਾ ਚਿਰ ਇਹ ਅਸੀਂ ਕੰਮ ਨਹੀਂ ਕਰਾਂਗੇ ਉਨੀ ਦੇਰ ਵਾਸਤੇ ਪੰਜਾਬ ਦੀ ਸਟੇਟ ਬਚ ਨਹੀਂ ਸਕਦੀ। ਬਟ ਅਕਾਲੀ ਬੀਜੇਪੀ ਕੁਝ ਤਾਂ ਠੀਕ ਕਰ ਰਹੇ ਹੋਣੇ ਆ ਨਾ ਕਿ ਜਿਹੜੀ ਉਹਨਾਂ ਨੂੰ ਵੋਟਾਂ ਪੈ ਰਹੀਆਂ। ਹੈਵ ਯੂ ਬੀਨ ਏਬਲ ਟੂ ਕਰੈਕ ਦੈਟ ਫਾਰਮੂਲਾ? ਕਾਂਗਰਸ ਨੂੰ ਪਈ ਹੈ 40.11% ਵੋਟ, ਅਕਾਲੀ ਦਲ ਤੇ ਬੀਜੇਪੀ ਨੂੰ ਪਈ ਹੈ 40.70। ਬਾਕੀ ਪਾਰਟੀਆਂ ਨੂੰ ਬਾਕੀ ਦਾ ਵੋਟ 60% ਪੰਜਾਬ ਨੇ ਅਕਾਲੀ ਦਲ ਤੇ ਭਾਜਪਾ ਦੇ ਖਿਲਾਫ ਵੋਟ ਪਾਈ। ਹੁਣ ਉਹ 40% ਵੋਟ ਤੇ ਉਹ ਆ ਗਏ ਨੇ। ਮੈਨੂੰ ਦੱਸੋ ਕਿਹੜੀ ਵੋਟ ਦੀ ਤੁਸੀਂ ਗੱਲ ਕਰ ਰਹੇ ਹੋ? ਤੁਸੀਂ ਕਿੰਨੀ ਕੁ ਸੀਟਾਂ ਸੋਚਦੇ ਹੋ ਕਿ ਤੁਹਾਡੀ ਐਤਕੀ ਇਲੈਕਸ਼ਨ ਆ ਜਿੰਨੀ 8 ਹੈ ਨੇ ਜੀ, ਮੈਂ ਸਮਝਣਾ 8 ਤੋਂ 10 ਸੀਟਾਂ ਸਾਨੂੰ ਮਿਲਣੀਆਂ ਚਾਹੀਦੀਆਂ। 13 ਚੋਂ 8 ਤੋਂ 10 ਸੀਟਾਂ ਕਾਂਗਰਸ। ਬਿਲਕੁਲ। ਵਿਲ ਮਨਮੋਹਨ ਸਿੰਘ ਬੀ ਅ ਫੈਕਟਰ ਕਿ ਇਰੈਲੇਵੈਂਟ ਹੋ ਗਿਆ ਇਸ ਇਲੈਕਸ਼ਨ ਵਿੱਚ ਫॉर ਪੰਜਾਬ? ਕੋਈ ਬੰਦਾ ਸਿਆਸਤ ਦੇ ਵਿੱਚ ਇਰੈਲੇਵੈਂਟ ਕਦੀ ਨਹੀਂ ਹੁੰਦਾ। ਹਮੇਸ਼ਾ ਉਹਦੇ ਨਾਂ ਤੇ ਵੱਧ ਵੋਟ ਜਾਂ ਘੱਟ ਵੋਟ ਦਾ ਜ਼ਰੂਰ ਹੁੰਦਾ। ਬਟ ਇੱਕ ਚੀਜ਼ ਦਾ ਮੈਨੂੰ ਇਸ ਗੱਲ ਦਾ ਫਖਰ ਵੀ ਹੈ ਕਿ ਸਰਦਾਰ ਮਨਮੋਹਨ ਸਿੰਘ ਇੱਕ ਪੰਜਾਬੀ ਨੇ, ਇੱਕ ਸਿੱਖ ਨੇ, ਪ੍ਰਾਈਮ ਮਿਨਿਸਟਰ ਇਸ ਵੱਡੇ ਦੇਸ਼ ਦਾ ਪ੍ਰਾਈਮ ਮਿਨਿਸਟਰ ਹੋਣਾ ਕੋਈ ਛੋਟੀ ਗੱਲ ਨਹੀਂ। ਡਾਕਟਰ ਮਨਮੋਹਨ ਸਿੰਘ ਦੀ ਰੈਲੇਵੈਂਸ ਜ਼ਰੂਰ ਰਹੇਗੀ। ਮੇਰਾ ਆਖਰੀ ਸਵਾਲ ਜਿਹੜਾ ਕਿ ਅਕਾਲੀ ਬੀਜੇਪੀ ਇੱਕ ਅਖਬਾਰਾਂ 'ਚ ਆ ਰਿਹਾ ਕਿ ਸਟਾਲਵਰਡਸ ਨੂੰ ਲਿਆਉਣਾ ਚਾਹੁੰਦੇ ਆ, ਪਰਸਨੈਲਿਟੀਜ਼ ਨੂੰ ਲੋਕ ਸਭਾ ਇਲੈਕਸ਼ਨ ਵਿੱਚ। ਹੁਣੀ ਮਿਸ ਪੂਜਾ ਬੀਜੇਪੀ ਜੁਆਇਨ ਕਰ ਕੀਤੀ ਹੈ ਤੇ ਹੁਸ਼ਿਆਰਪੁਰ ਉਹ ਕਹਿ ਰਹੇ ਕਿ ਲੜਨਾ। ਕਿਹੜੀ ਪਰਸਨੈਲਿਟੀ ਹੈ ਜੀ? ਇਹ ਬੈਂਕਰਪਸੀ ਆਫ ਬੀਜੇਪੀ ਤੇ ਅਕਾਲੀ ਲੀਡਰਸ਼ਿਪ ਸ਼ੋ ਹੋ ਰਹੀ। ਦੈਟ ਮੀਨਸ ਇਹਨਾਂ ਕੋ ਕੋਈ ਇਹੋ ਜਿਹਾ ਆਦਮੀ ਹੈ ਨਹੀਂ ਜਿਹੜਾ ਇਲੈਕਸ਼ਨਾਂ ਜਿੱਤ ਸਕੇ। ਇਹ ਦਿਸ ਆਲਸੋ ਸ਼ੋਜ਼ ਲੈਕ ਆਫ ਕੌਨਫੀਡੈਂਸ ਇਨ ਦੈਮਸੈਲਵਸ, ਇਨ ਦੀ ਗਵਰਨਮੈਂਟ ਪਾਲਿਸੀਜ਼ ਐਂਡ ਬੈਂਕਰਪਸੀ ਆਫ ਦੇਅਰ ਲੀਡਰਸ਼ਿਪ। ਹੁਣ ਬੀਜੇਪੀ ਨੇ ਜਿਹੜੀਆਂ 3 ਇਲੈਕਸ਼ਨਾਂ ਪਿਛਲੀ ਵਾਰ 4 ਲੜੀਆਂ, ਸਾਰੀ ਫਿਲਮ ਐਕਟਰਾਂ ਦੇ ਸਿਰ ਤੇ ਲੜੀਆਂ। ਨਵਜੋਤ ਸਿੰਘ ਸਿੱਧੂ ਕ੍ਰਿਕਟ ਸਟਾਰ ਹੈ, ਵਿਨੋਦ ਖੰਨਾ ਗੁਰਦਾਸਪੁਰੋਂ ਫਿਲਮ ਸਟਾਰ ਹੈ, ਹੁਣ ਨਵੀਂ ਪੂਜਾ ਜੀ ਇੱਥੇ ਲੈ ਆ ਕੇ ਆਏ ਨੇ, ਹੰਸ ਜੀ ਜਲੰਧਰੋਂ ਇਲੈਕਸ਼ਨਾਂ ਲੜਦੇ ਫਿਰਦੇ। ਇਹਨਾਂ ਕੋਲ ਕੋਈ ਪੋਲੀਟੀਕਲ ਆਦਮੀ ਹੈ ਨਹੀਂ ਫੀਲਡ ਕਰਨ ਵਾਸਤੇ। ਤੁਸੀਂ ਤਾਂ ਕੋਈ ਨਹੀਂ ਲੈ ਕੇ ਆਓਗੇ? ਅਸੀਂ ਸਾਨੂੰ ਲਿਆਂਦੀ ਕੀ ਲੋੜ ਹੈ? ਅਸੀਂ ਆਪਣੇ ਲੀਡਰਸ ਕੌਨਫੀਡੈਂਸ ਰੱਖਦੇ, ਅਸੀਂ ਆਪਣੇ ਆਪ 'ਚ ਕੌਨਫੀਡੈਂਸ ਰੱਖਦੇ, ਆਪਣੀ ਪਾਲਿਸੀਜ਼ ਕੌਨਫੀਡੈਂਸ ਰੱਖਦੇ ਤੇ ਜਿੱਤ ਕੇ ਆਵਾਂਗੇ ਜੀ। ਪਿਛਲੀ ਵਾਰ ਵੀ 8 ਜਿੱਤੀਆਂ ਨੇ, ਐਤਕੀ ਉਸ ਤੋਂ ਵੱਧ ਜਿੱਤ ਕੇ ਆਵਾਂਗੇ। ਥੈਂਕ ਯੂ ਫॉर ਕਮਿੰਗ ਮਿਸਟਰ ਬਾਜਵਾ। ਥੈਂਕ ਯੂ ਸੋ ਮਚ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।